ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਜੇ ਸੋ ਚੰਦਾ ਉਗਵਹਿ ਸੂਰਜ ਚੜ੍ਹੈ ਹਜ਼ਾਰ ਇਤੇ ਚਾਨਣ ਹੋਦਿਆਂ ਗੁਰ ਬਿਨ ਘੋਰ ਅੰਧਾਰ। ਗੁਰ ਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨ ਆਵੈ। ਗੁਰ ਬਿਨ ਸੁਰਤ ਨ ਸਿੱਧ ਗੁਰੂ ਬਿਨ ਮੁਕਤ ਨ ਪਾਵੈ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ। ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ। ਮੂਕ ਊਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਇ। ਅੰਧ ਲਖੈ ਬਦਰੋ ਸੁਣੈ ਜਿਉ ਕਾਲ ਕਿਰਪਾ ਕਰਾਇ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹੁ। ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵਿਸਾਹੁ। ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵਿਸਾਹੁ। ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਗੁਰ ਪੂਰੈ ਚਰਨੀ ਲਾਇਆ
ਹਰ ਸੰਗ ਸਹਾਈ ਪਾਇਆ। ਗੁਰ ਪੂਰੈ ਚਰਨੀ ਲਾਇਆ। ਹਰ ਸੰਗ ਸਹਾਈ ਪਾਇਆ। ਜਹ ਜਾਈਐ ਤਹਾ ਸੁਹੇਲੇ। ਕਰ ਕਿਰਪਾ ਪ੍ਰਭ ਮੇਲੇ। ਹਰ ਗੁਣ ਗਾਵਹੁ ਸਦਾ ਸੁਭਾਈ। ਮਨ ਚਿੰਦੇ ਸਗਲੇ ਫਲ ਪਾਵਹੁ। ਜੀ ਕੈ ਸੰਗ ਸਹਾਈ। ਰਹਾਉ। ਨਾਰਾਇਣ ਪ੍ਰਾਣ ਆਧਾਰਾ। ਹਮ ਸੰਤ ਜਨਾ ਰੇ ਨਾਰਾ। ਪਤਤ ਪੁਨੀਤ ਕਰ ਲੀਨੇ। ਕਰ ਕਿਰਪਾ ਹਰਿ ਜਸ ਦੀਨੇ। ਪਾਰ ਬ੍ਰਹਮ ਕਰੇ ਪ੍ਰਤਪਾਲਾ। ਸਦ ਜੀ ਸੰਗ ਰਖਵਾਲਾ। ਹਰ ਦਿਨ ਰੈਨ ਕੀਰਤਨ ਗਾਈਐ। ਬਹੁੜ ਨਾ ਜੋਨੀ ਪਾਈਐ। ਜਿਸ ਦੇਵੈ ਪੁਰਖ ਵਿਧਾਤਾ। ਹਰ ਰਸ ਤਿਨਹੀ ਜਾਤਾ। ਜਮ ਕੰਕਰ ਨੇੜ ਨ ਆਇਆ। ਸੁਖ ਨਾਨਕ ਸਰਣੀ ਪਾਇਆ। ਜਮ ਕੰਕਰ ਨੇੜ ਨ ਆਇਆ। ਸੁਖ ਨਾਨਕ ਸਰਣੀ ਪਾਇਆ। ਸੋਰਠ ਮਹੱਲਾ ਪੰਜਵਾ। ਗੁਰ ਪੂਰੈ ਚਰਨੀ ਲਾਇਆ। ਹਰ ਸੰਗ ਸਹਾਈ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਹੋਈ ਪਰਮ ਸਨਮਾਨ ਅਤੇ ਸਤਿਕਾਰਯੋਗ ਗੁਰੂ ਰੂਪ ਗੁਰੂ ਸਰੂਪ ਖਾਲਸਾ ਸਾਧ ਸੰਗਤ ਜੀਓ। ਅੰਤਰਜਾਮੀ ਗਰੀਬ ਨਵਾਜ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੀ ਅਤਿਅੰਤ ਕਿਰਪਾਲਤਾ ਰਹਿਮਤ ਬਖਸ਼ਿਸ਼ ਦਾ ਸਦਕਾ ਆਪਾਂ ਸਰਬੱਤਰ ਗੁਰਸਿੱਖ ਮਾਈ ਭਾਈ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਗੁਰਬਾਣੀ ਸਰੂਪ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਕੇ ਆਪਣੇ ਸਮੇਂ ਨੂੰ ਆਪਣੇ ਜੀਵਨ ਨੂੰ ਸਫਲ ਬਣਾ ਰਹੇ ਹਾਂ। ਜਿਸ ਪ੍ਰਕਾਰ ਅੰਮ੍ਰਿਤ ਵੇਲੇ ਸਤਿਗੁਰਾਂ ਦੇ ਪਾਵਨ ਪ੍ਰਕਾਸ਼ ਦੀ ਸੇਵਾ ਹੋਈ ਹੈ, ਉਸ ਤੋਂ ਉਪਰੰਤ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਪੜ੍ਹੇ ਸੁਣੇ ਗਏ ਹਨ। ਜਿਸ ਤੋਂ ਉਪਰੰਤ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ, ਜੋ ਕਿ ਸੋਰਠ ਰਾਗ ਦੇ ਅੰਦਰ ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਸ਼ਬਦਾਂ ਦੇ ਅੰਦਰ ਚੱਲ ਰਹੀ ਹੈ, ਉਸ ਚੱਲ ਰਹੀ ਲੜੀਵਾਰ ਕਥਾ ਦੇ ਵਿੱਚੋਂ ਆਪਾਂ ਪਾਠ ਨੂੰ ਸ਼ਬਦ ਨੂੰ ਸਰਵਣ ਕੀਤਾ ਹੈ।
ਸਤਿਗੁਰਾਂ ਦੀ ਪਾਵਨ ਬਾਣੀ ਦੇ ਅੰਦਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਨੇ ਇਹ ਸਾਰੀ ਪਾਵਨ ਗੁਰਬਾਣੀ ਦੀ ਸੰਪਾਦਨਾ ਕੀਤੀ ਹੈ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੋਂ ਲੈ ਕਰਕੇ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਤੱਕ ਗੁਰਬਾਣੀ ਜਿਹੜੀ ਸੀ ਉਹ ਪੋਥੀਆਂ ਦੇ ਰੂਪ ਦੇ ਅੰਦਰ ਸੀ। ਇਹ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਫਿਰ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਭਾਈ ਗੁਰਦਾਸ ਸਾਹਿਬ ਜੀ ਨੂੰ ਲਿਖਾਰੀ ਲਵਾ ਕਰਕੇ ਸਾਰੀ ਗੁਰਬਾਣੀ ਜਿਹੜੀ ਹੈ ਉਸ ਨੂੰ ਲਿਖਵਾਇਆ, ਉਸ ਦੀ ਸੰਪਾਦਨਾ ਕੀਤੀ, ਰਾਗਾਂ ਦੀ ਜਿਹੜੀ ਤਰਤੀਬ ਹੈ ਉਹ ਰੱਖੀ। ਸਤਿਗੁਰਾਂ ਦੀ ਪਾਵਨ ਗੁਰਬਾਣੀ 31 ਰਾਗਾਂ ਦੇ ਅੰਦਰ ਹੈ, ਜਿਨ੍ਹਾਂ ਦੇ ਵਿੱਚੋਂ ਸ੍ਰੀ ਰਾਗ, ਇਸੇ ਪ੍ਰਕਾਰ ਮਾਝ ਰਾਗ, ਗੌੜੀ ਰਾਗ, ਆਸਾ ਰਾਗ, ਇਸੇ ਪ੍ਰਕਾਰ ਵਡਹੰਸ ਰਾਗ, ਬਿਹਾਗੜਾ ਰਾਗ, ਸੋਰਠ ਰਾਗ। ਇਸ ਪ੍ਰਕਾਰ ਇਹ ਸਤਿਗੁਰਾਂ ਦੀ ਪਾਵਨ ਗੁਰਬਾਣੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਰਾਗਾਂ ਦੀ ਤਰਤੀਬ ਰੱਖ ਕੇ ਫਿਰ ਗੁਰਬਾਣੀ ਦੇ ਅੰਦਰ ਪਹਿਲਾਂ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਦੀ ਬਾਣੀ, ਫਿਰ ਦੂਸਰੇ ਦੀ, ਫਿਰ ਤੀਸਰੇ ਦੀ, ਫਿਰ ਚੌਥੇ ਪਾਤਸ਼ਾਹ ਦੀ, ਫਿਰ ਪੰਜਵੇਂ ਜਾਮੇ ਦੀ। ਇਸ ਪ੍ਰਕਾਰ ਫਿਰ ਅੱਗੇ ਵਾਰਾਂ, ਫਿਰ ਉਸ ਤੋਂ ਅੱਗੇ ਭਗਤਾਂ ਦੀ ਬਾਣੀ। ਇਹ ਸਾਰੀ ਤਰਤੀਬ ਗੁਰਬਾਣੀ ਦੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪ ਕੀਤੀ ਹੈ। ਇਸ ਪ੍ਰਕਾਰ ਇਹ ਪਾਵਨ ਪਵਿੱਤਰ ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਟਾਈ ਜੀ ਦਾ ਅਮੋਲਕ ਖਜ਼ਾਨਾ, ਨਿਰੋਲ ਬ੍ਰਹਮ ਦੀ ਪਰਮੇਸ਼ਰ ਦੀ ਵਿਚਾਰ ਜਿਸ ਦੇ ਅੰਦਰ ਕੀਤੀ ਗਈ ਹੈ, ਉਸ ਪਾਵਨ ਗੁਰਬਾਣੀ ਦੀ ਲੜੀਵਾਰ ਕਥਾ ਆਪਾਂ ਸਰਵਣ ਕਰਦੇ ਆ ਰਹੇ ਹਾਂ। ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਉਪਦੇਸ਼ ਬਖਸ਼ਿਸ਼ ਕਰਦੇ ਹਨ। ਸਤਿਗੁਰਾਂ ਨੇ ਇਸ ਪਾਵਨ ਸ਼ਬਦ ਦੇ ਅੰਦਰ ਸਭ ਤੋਂ ਪਹਿਲਾਂ ਗੁਰੂ ਦਾ ਜ਼ਿਕਰ ਕੀਤਾ ਹੈ। ਤਾਂ ਸਤਿਗੁਰੂ ਜੀ ਬਚਨ ਕਰਦੇ ਹਨ, ਗੁਰ ਪੂਰੈ ਚਰਨੀ ਲਾਇਆ, ਕਿ ਜਿਨ੍ਹਾਂ ਨੇ ਪੂਰੇ ਗੁਰੂ ਦੇ ਜਿਹੜੇ ਚਰਨੀ ਲੱਗ ਗਏ ਹੈ, ਉਹ ਸੰਸਾਰ ਦੇ ਅੰਦਰ ਕੀ ਕੁਝ ਪ੍ਰਾਪਤ ਕਰ ਲੈਂਦੇ ਹੈ, ਕਿਹੜੇ ਕਿਹੜੇ ਗੁਣ ਉਹਨਾਂ ਨੂੰ ਪ੍ਰਾਪਤ ਹੁੰਦੇ ਹੈ, ਕਿਹੜੀਆਂ ਕਿਹੜੀਆਂ ਬਖਸ਼ਿਸ਼ਾਂ ਉਹਨਾਂ ਨੂੰ ਪ੍ਰਾਪਤ ਹੁੰਦੀਆਂ। ਪਰ ਸਭ ਤੋਂ ਪਹਿਲਾਂ ਹੈ ਕਿ ਇੱਕ ਤੇ ਗੁਰੂ ਦੀ ਲੋੜ ਹੈ, ਦੂਸਰੇ ਨੰਬਰ ਤੇ ਪੂਰੇ ਗੁਰੂ ਦੀ ਲੋੜ ਹੈ। ਫਿਰ ਹੀ ਇਹ ਸੰਸਾਰ ਦੇ ਅੰਦਰ ਜੀਵ ਜਿਹੜਾ ਉਹ ਆਪਣਾ ਕਲਿਆਣ, ਆਪਣੀ ਮੁਕਤੀ ਜਿਹੜੀ ਉਹ ਕਰਾ ਸਕਦਾ। ਗੁਰੂ ਜਿਹੜਾ ਸ਼ਬਦ ਹੈ ਇਹ ਬੜੇ ਪੁਰਾਤਨ ਸਮੇਂ ਤੋਂ, ਯੁੱਗਾਂ ਯੁੱਗਾਂ ਤੋਂ ਇਸ ਹਿੰਦੁਸਤਾਨ ਦੀ ਧਰਤੀ ਤੇ ਚੱਲਿਆ ਆ ਰਿਹਾ ਹੈ। ਗੁਰੂ ਦਾ ਜਿਹੜਾ ਅਰਥ ਹੁੰਦਾ, ਗੁਰੂ ਦਾ ਜਿਹੜਾ ਮਤਲਬ ਹੁੰਦਾ, ਉਹ ਇਹ ਹੁੰਦਾ ਕਿ ਇਹਦੇ ਵਿੱਚ 2 ਅੱਖਰ ਹਨ, ਗੱਗਾ ਤੇ ਰਾਰਾ। ਤੇ ਇਹਦਾ ਅਰਥ ਵਿਦਵਾਨਾਂ ਨੇ ਕੀਤਾ ਹੈ ਕਿ ਗੋ ਨਾਮ ਅਗਿਆਨ ਦਾ ਹੈ। ਜਿਹੜਾ ਅਗਿਆਨ ਹੈ ਉਸ ਨੂੰ ਖਤਮ ਕਰਕੇ, ਤੇ ਰੂ ਨਾਮ ਹੁੰਦਾ ਪ੍ਰਕਾਸ਼ ਦਾ, ਜਿਹੜਾ ਗਿਆਨ ਦਾ ਪ੍ਰਕਾਸ਼ ਕਰ ਦਿੰਦਾ ਸਾਡੇ ਅੰਦਰ, ਉਸ ਨੂੰ ਗੁਰੂ ਆਖਿਆ ਜਾਂਦਾ। ਜਿਵੇਂ ਸੰਸਾਰ ਦੇ ਅੰਦਰ ਕਿੰਨਾ ਹਨੇਰਾ ਹੋਵੇ, ਰਾਤ ਹੋਵੇ, ਪੂਰੀ ਕਾਲੀ ਰਾਤ ਚੜ੍ਹੀ ਹੋਵੇ, ਪਰ ਜਿਸ ਸਮੇਂ ਸੂਰਜ ਚੜ੍ਹਦਾ ਹੈ, ਸੂਰਜ ਦੀ ਪਹਿਲੀ ਕਿਰਨ ਧਰਤੀ ਤੇ ਆਉਂਦੀ ਹੈ, ਚਾਨਣ ਹੋ ਜਾਂਦਾ। ਇਸੇ ਪ੍ਰਕਾਰ ਰਾਤ ਦੇ ਸਮੇਂ ਜੇ ਚੰਦਰਮਾ ਪੁੰਨਿਆਂ ਦੇ ਦਿਨ ਹੋਵੇ ਤੇ ਰਾਤ ਦੇ ਸਮੇਂ ਵੀ ਚਾਨਣ ਹੋ ਜਾਂਦਾ। ਪਰ ਸਤਿਗੁਰੂ ਜੀ ਕਹਿੰਦੇ ਇਹ ਦੁਨੀਆ ਦਾ ਜਿਹੜਾ ਚਾਨਣ ਹੈ, ਚਾਹੇ ਇਹ ਇੱਕ ਸੂਰਜ ਨਹੀਂ, ਚਾਹੇ 1000 ਸੂਰਜ ਹੋ ਜਾਏ, ਇੱਕ ਚੰਦਰਮਾ ਨਹੀਂ, ਚਾਹੇ 100 ਚੰਦਰਮਾ ਹੋ ਜਾਏ, ਪਰ ਗੁਰੂ ਤੋਂ ਬਿਨਾਂ ਜਿਹੜਾ ਅਗਿਆਨ ਦਾ ਹਨੇਰਾ ਹੈ ਉਹ ਦੂਰ ਨਹੀਂ ਹੁੰਦਾ।
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਹਨ। ਜੇ 100 ਚੰਦਾ ਉਗਵਹਿ ਸੂਰਜ ਚੜ੍ਹੈ ਹਜ਼ਾਰ, ਇਤੇ ਚਾਨਣ ਹੋਦਿਆਂ ਗੁਰ ਬਿਨ ਘੋਰ ਅੰਧਾਰ। ਸਤਿਗੁਰੂ ਜੀ ਕਹਿੰਦੇ ਜੇ 100 ਚੰਦਾ, ਜੇ 100 ਚੰਦਰਮਾ ਵੀ ਚੜ੍ਹ ਜਾਵੇ, ਸੂਰਜ ਚੜ੍ਹੈ ਹਜ਼ਾਰ, ਤੇ ਹਜ਼ਾਰਾਂ ਹੀ ਸੂਰਜ ਚੜ੍ਹ ਜਾਣ, ਇੰਨਾ ਚਾਨਣ ਹੋ ਜਾਏ, ਪਰ ਸਤਿਗੁਰੂ ਜੀ ਕਹਿੰਦੇ ਇਤੇ ਚਾਨਣ ਹੋਦਿਆਂ ਗੁਰ ਬਿਨ ਘੋਰ ਅੰਧਾਰ। ਫਿਰ ਵੀ ਗੁਰੂ ਤੋਂ ਬਿਨਾਂ ਹਨੇਰਾ ਹੈ, ਕਿਉਂਕਿ ਹਨੇਰਾ ਸਾਡੇ ਅੰਦਰ ਹੈ। ਜਿਵੇਂ ਸਤਿਗੁਰਾਂ ਦੀ ਪਾਵਨ ਬਾਣੀ ਬਚਨ ਕਰਦੀ ਹੈ, ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ। ਬਾਹਰ ਤੇ ਬੜਾ ਚਾਨਣ ਹੈ, ਬਾਹਰ ਤੇ ਬੜੀ ਰੋਸ਼ਨੀ ਹੈ, ਪਰ ਸਾਡੇ ਦਿਲ ਦੇ ਅੰਦਰ ਜਿਹੜੀ ਰਾਤ ਹੈ ਉਹ ਹਨੇਰੀ ਹੈ, ਉਹ ਅਗਿਆਨ ਦੀ ਹੈ। ਉਹ ਹਨੇਰਾ ਜਿਹੜਾ ਹੈ ਉਹ ਗੁਰੂ ਤੋਂ ਬਿਨਾਂ ਕੋਈ ਵੀ ਦੂਰ ਨਹੀਂ ਕਰ ਸਕਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ, ਗੁਰੂ ਦੁਆਰਾ ਹੀ ਅਗਿਆਨ ਦਾ ਜਿਹੜਾ ਹਨੇਰਾ ਹੈ ਉਹ ਦੂਰ ਹੁੰਦਾ ਹੈ, ਤੇ ਗਿਆਨ ਜਿਹੜਾ ਉਹਦੀ ਸਾਨੂੰ ਪ੍ਰਾਪਤੀ ਹੁੰਦੀ ਹੈ। ਤੇ ਗੁਰੂ ਵੀ ਕੈਸਾ ਹੋਵੇ, ਗੁਰੂ ਵੀ ਪੂਰਾ ਹੋਵੇ, ਕਿਉਂਕਿ ਕਾਚੇ ਗੁਰ ਤੇ ਮੁਕਤ ਨਾ ਹੁਆ। ਸੰਸਾਰ ਦੇ ਅੰਦਰ ਜੇ ਕੋਈ ਅਧੂਰਾ ਗੁਰੂ ਹੈ, ਕੱਚਾ ਹੈ, ਜਿਸ ਨੂੰ ਆਪ ਹੀ ਗਿਆਨ ਦੀ, ਪਰਮੇਸ਼ਰ ਦੀ ਕੋਈ ਸਮਝ ਨਹੀਂ ਹੈ, ਤੇ ਉਹ ਅੱਗੇ ਜੀਵਾਂ ਨੂੰ ਵੀ ਸਹੀ ਮਾਰਗ ਦੱਸ ਨਹੀਂ ਸਕਦਾ। ਇਸ ਕਰਕੇ ਸਤਿਗੁਰੂ ਜੀ ਬਚਨ ਕਰਦੇ ਹਨ ਕਿ ਪੂਰੇ ਗੁਰੂ ਦੇ ਲੜ ਲੱਗ ਕੇ ਹੀ ਜੀਵ ਦੀ ਕਲਿਆਣ ਹੁੰਦੀ ਹੈ, ਮੁਕਤੀ ਹੁੰਦੀ ਹੈ। ਪੂਰੇ ਗੁਰੂ ਦੇ ਵਿਦਵਾਨਾਂ ਨੇ ਲੱਛਣ ਕੀਤੇ ਹਨ ਕਿ ਪੂਰੇ ਗੁਰੂ ਦੇ ਅੰਦਰ ਕੀ ਕੀ ਗੁਣ ਹੁੰਦੇ ਹੈ। ਜਿਵੇਂ ਸਿੱਖ ਪੰਥ ਦੇ ਅੰਦਰ ਬੜੇ ਵੱਡੇ ਵੱਡੇ ਤਕੜੇ ਤਕੜੇ ਵਿਦਵਾਨ ਹੋਏ ਹਨ, ਜਿਨ੍ਹਾਂ ਦੇ ਵਿੱਚੋਂ ਇੱਕ ਗਿਆਨੀ ਊਧਮ ਸਿੰਘ ਜੀ ਹੋਏ ਹਨ, ਜਿਨ੍ਹਾਂ ਨੇ ਇੱਕ ਪੁਸਤਕ ਲਿਖੀ ਹੈ ਸੱਚਾ ਗੁਰੂ, ਜਿਸ ਦੇ ਅੰਦਰ ਉਹਨਾਂ ਨੇ ਪੂਰੇ ਗੁਰੂ ਦੀਆਂ, ਸੱਚੇ ਗੁਰੂ ਦੀਆਂ 22 ਨਿਸ਼ਾਨੀਆਂ ਲਿਖੀਆਂ ਹਨ, ਕਿ ਜਿਸ ਦੇ ਅੰਦਰ ਇਹ ਨਿਸ਼ਾਨੀਆਂ ਹਨ, ਇਹ ਚਿੰਨ੍ਹ ਹਨ, ਉਹ ਪੂਰਾ ਗੁਰੂ ਹੈ, ਉਹ ਪਰਮੇਸ਼ਰ ਦਾ ਰੂਪ ਹੈ। ਉਹਨਾਂ ਦੇ ਵਿੱਚ ਉਹਨਾਂ ਨੇ ਸਭ ਤੋਂ ਪਹਿਲੀ ਜਿਹੜੀ ਨਿਸ਼ਾਨੀ ਲਿਖੀ ਹੈ ਉਹ ਇਹ ਹੈ ਕਿ ਗੁਰੂ ਜਿਹੜਾ ਹੈ ਉਹ ਪਰਮੇਸ਼ਰ ਦਾ ਰੂਪ ਹੁੰਦਾ। ਜਿਸ ਦੇ ਵਿੱਚ, ਗੁਰੂ ਦੇ ਵਿੱਚ ਤੇ ਜਿਸ ਪਰਮੇਸ਼ਰ ਦੇ ਵਿੱਚ ਕੋਈ ਫਰਕ ਨਾ ਹੋਵੇ, ਉਹ ਗੁਰੂ ਜਿਹੜਾ ਉਹ ਪੂਰਾ ਹੈ। ਸੰਸਾਰ ਦੇ ਅੰਦਰ ਆਪਾਂ ਵੇਖਦੇ ਹਾਂ, ਜਿੰਨੇ ਕੋਈ ਪੀਰ ਫਕੀਰ ਅਵਤਾਰ ਸੰਸਾਰ ਤੇ ਆਏ ਹਨ, ਉਹ ਭੇਜੇ ਹੋਏ ਹਨ, ਪਰ ਜਦੋਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਹੁੰਦਾ ਹੈ ਤੇ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਗੁਰ ਨਾਨਕ ਗੋਬਿੰਦ ਰੂਪ। ਕਿ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਹੀ ਪਰਮੇਸ਼ਰ ਦਾ ਰੂਪ ਹਨ। ਆਪ ਹੀ ਉਹ ਪ੍ਰਮਾਤਮਾ ਨੇ ਆਪਣਾ ਜਿਹੜਾ ਇਹ ਪੰਜਾਂ ਤੱਤਾਂ ਦਾ ਸਰੀਰ ਗੁਰੂ ਨਾਨਕ ਸਾਹਿਬ ਦੇ ਰੂਪ ਦੇ ਵਿੱਚ ਧਾਰਨ ਕੀਤਾ ਹੈ। ਕਿਉਂਕਿ ਗੁਰੂ ਦਾ ਜਿਹੜਾ ਸਰਗੁਣ ਰੂਪ ਹੈ ਉਹ ਸਥੂਲ ਰੂਪ ਦੇ ਅੰਦਰ ਹੈ, ਤੇ ਸੂਖਮ ਰੂਪ ਜਿਹੜਾ ਹੈ ਉਹ ਪ੍ਰਮਾਤਮਾ ਹੈ, ਉਹ ਪਰਮੇਸ਼ਰ ਹੈ। ਇਸ ਪ੍ਰਕਾਰ ਪਰਮੇਸ਼ਰ ਦੀ ਕਿਰਪਾ ਜਦੋਂ ਹੁੰਦੀ ਹੈ ਜੀਵ ਦੇ ਉੱਤੇ, ਇਨਸਾਨ ਦੇ ਉੱਤੇ, ਤੇ ਫਿਰ ਪੂਰੇ ਗੁਰੂ ਦੀ ਪ੍ਰਾਪਤੀ ਹੁੰਦੀ ਹੈ। ਤੇ ਜਦੋਂ ਜੀਵ ਪੂਰੇ ਗੁਰੂ ਦੇ ਲੜ ਲੱਗ ਜਾਂਦਾ, ਪੂਰੇ ਗੁਰੂ ਦੇ ਉਪਦੇਸ਼ ਤੇ ਚੱਲ ਪੈਂਦਾ, ਫਿਰ ਜਦੋਂ ਪੂਰੇ ਗੁਰੂ ਦੀ ਕਿਰਪਾ ਹੁੰਦੀ ਹੈ, ਫਿਰ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਇਸ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਹਨ ਕਿ ਪੂਰੇ ਗੁਰੂ ਦੇ ਲੱਛਣ ਵਿਦਵਾਨਾਂ ਨੇ ਕੀਤੇ ਹਨ। ਆਤਮਾ ਦੀ ਖੋਜ ਵਾਲਿਆਂ ਨੇ ਗ੍ਰੰਥ ਲਿਖੇ ਹਨ, ਉਹਨਾਂ ਨੇ ਵੀ ਲੱਛਣ ਲਿਖਿਆ ਪੂਰੇ ਗੁਰੂ ਦਾ। ਤੇ ਉਹਨਾਂ ਨੇ ਬਚਨ ਲਿਖੇ ਹਨ, ਇੰਦਰਨ ਕੋ ਖਿੰਚਿਓ ਗਨ, ਹਾਥ ਕੀਨੋ ਜੋਰ ਮਨ, ਪਰ ਉਪਕਾਰ ਹੀ ਲੋ ਤਨ ਭਾਈਅਤ ਹੈ, ਵੇਦਨ ਬਖਾਨਬੇ ਕੋ ਸਾਰਾ ਸਾਰ ਜਾਨਬੇ ਕੋ, ਭੇਦ ਗ੍ਰੰਥ ਭਾਨਬੇ ਕੋ ਰੂਪ ਗਾਈਅਤ ਹੈ, ਏਕ ਰੂਪ ਜਾਣਿਓ ਸਭ ਹੀ ਮੈਂ ਏਕ ਮਾਨਿਓ, ਭੇਦ ਦੂਜੋ ਨਹਿ ਜਾਣਿਓ ਸੋ
ਇਸ ਪ੍ਰਕਾਰ ਉਹਨਾਂ ਨੇ ਕਹੇ ਕਿ ਜਿਹੜਾ ਇੰਦਰੀਆਂ ਨੂੰ ਖਿੱਚ ਕੇ ਰੱਖਦਾ ਹੈ, ਭਾਵ ਕਿ ਜਿੰਨੀਆਂ ਇੰਦਰੀਆਂ ਹਨ ਸਾਡੀਆਂ, ਅੱਖਾਂ, ਕੰਨ, ਨੱਕ, ਜੀਭ, ਹੱਥ, ਪੈਰ, ਜਿਨ੍ਹਾਂ ਦੇ ਨਾਲ ਅਸੀਂ ਕਰਮ ਕਰਦੇ ਹਾਂ, ਭਾਵ ਕਿ ਉਹਦੇ ਕਰਮ ਜਿਹੜੇ ਆ ਉਹ ਧਾਰਮਿਕ ਹੁੰਦੇ, ਤੇ ਮਨ ਜਿਹੜਾ ਉਹਨੇ ਆਪਣੇ ਵੱਸ ਦੇ ਵਿੱਚ ਕੀਤਾ ਹੁੰਦਾ ਹੈ। ਪਰਉਪਕਾਰ ਵਾਸਤੇ ਹੀ ਉਹ ਸੰਸਾਰ ਦੇ ਅੰਦਰ ਅਵਤਾਰ ਧਾਰਦਾ ਹੈ, ਪਰਉਪਕਾਰ ਹੀ ਕਰਦਾ ਹੈ। ਕਿਸੇ ਦੁਖੀ ਦਾ, ਮਜ਼ਲੂਮ ਦਾ, ਗਰੀਬ ਦਾ ਭਲਾ ਉਹਨੂੰ ਚੰਗਾ ਲੱਗਦਾ ਕਰਨਾ। ਇਸ ਪ੍ਰਕਾਰ ਜਿਹੜਾ ਵੇਦਾਂ ਦੇ ਸਾਰ ਨਿਚੋੜ ਨੂੰ ਜਿਹੜਾ ਕੱਢ ਕੇ ਰੱਖ ਦਿੰਦਾ ਹੈ, ਇਸੇ ਪ੍ਰਕਾਰ ਧਾਰਮਿਕ ਗ੍ਰੰਥਾਂ ਦੇ ਵਿੱਚੋਂ ਜੋ ਉਪਦੇਸ਼ ਹੈ ਉਹਨੂੰ ਸਾਹਮਣੇ ਲਿਆ ਕੇ ਰੱਖ ਦਿੰਦਾ ਕਿ ਆਹ ਨਿਚੋੜ ਹੈ। ਇਸ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਹਨ, ਈਸ਼ਰ ਲੋ ਧਿਆਵੈ ਜੀ ਮੈਂ ਭਗਤ ਦ੍ਰਿੜਾਵੈ, ਜਬ ਐਸੋ ਗੁਰ ਪਾਈਏ ਤਾਸੋਂ ਗਿਆਨ ਪਾਈਤ ਹੈ। ਕਿ ਜਦੋਂ ਐਸੇ ਗੁਰੂ ਦੀ ਜੀਵ ਨੂੰ ਪ੍ਰਾਪਤੀ ਹੁੰਦੀ ਹੈ ਤੇ ਫਿਰ ਆਤਮਾ ਦਾ ਗਿਆਨ, ਬ੍ਰਹਮ ਦਾ ਗਿਆਨ ਜਿਹੜਾ ਉਹਦੀ ਪ੍ਰਾਪਤੀ ਹੁੰਦੀ ਹੈ। ਇਸ ਪ੍ਰਕਾਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਤੋਂ ਲੈ ਕੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਪੂਰੇ ਗੁਰੂ ਹੋਏ ਹਨ ਸਰਗੁਣ ਰੂਪ ਦੇ ਅੰਦਰ। ਜੋ 10 ਜਾਮੇ ਸਤਿਗੁਰਾਂ ਨੇ ਧਾਰਨ ਕੀਤੇ ਸਰੀਰ ਰੂਪ ਦੇ ਅੰਦਰ, ਉਹਨਾਂ ਦੁਆਰਾ ਜੋ ਜੋ ਉਪਦੇਸ਼ ਬਖਸ਼ਿਸ਼ ਕੀਤੇ, ਫਿਰ 10ਵੇਂ ਜਾਮੇ ਦੇ ਅੰਦਰ ਜੁਗੋ ਜੁਗ ਅਟਲ ਸ਼ਬਦ ਰੂਪ ਦੇ ਅੰਦਰ ਸ਼ਬਦ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜ ਲਾਇਆ, ਜੋ ਕਲਯੁਗ ਦੇ ਸਮੇਂ ਦੇ ਅੰਦਰ ਸਭ ਦੇ ਸ਼੍ਰੋਮਣੀ, ਸਭ ਤੋਂ ਉੱਤਮ, ਸਭ ਤੋਂ ਸ੍ਰੇਸ਼ਟ ਗੁਰੂ ਹਨ। ਇਸ ਕਰਕੇ ਜਿਹੜਾ ਇਸ ਪਾਵਨ ਗੁਰਬਾਣੀ ਦੇ ਲੜ ਲੱਗ ਜਾਂਦਾ ਹੈ, ਸਤਿਗੁਰੂ ਜੀ ਕਹਿੰਦੇ ਉਹ ਸੰਸਾਰ ਦੇ ਅੰਦਰ ਜਿਹੜੀ ਆਤਮਾ ਦਾ ਗਿਆਨ ਹੈ, ਜਿਹੜੀ ਬ੍ਰਹਮ ਦੀ ਵਿਚਾਰ ਹੈ, ਉਸ ਨੂੰ ਗੁਰਬਾਣੀ ਦੁਆਰਾ ਸਮਝ ਲੈਂਦਾ ਹੈ। ਇਸ ਪ੍ਰਕਾਰ ਸਤਿਗੁਰੂ ਜੀ ਇਸ ਪਾਵਨ ਸ਼ਬਦ ਦੁਆਰਾ ਕੀ ਉਪਦੇਸ਼ ਆਪਾਂ ਨੂੰ ਬਖਸ਼ਿਸ਼ ਕਰਦੇ ਹਨ, ਕੀ ਪੂਰੇ ਗੁਰੂ ਦੇ ਚਰਨੀ ਲੱਗਣ ਦਾ ਲਾਭ ਹੈ, ਉਹ ਸਤਿਗੁਰੂ ਜੀ ਕਿਰਪਾ ਕਰਦੇ ਹਨ। ਸਾਰੀ ਸੰਗਤ ਆਪਾਂ ਪ੍ਰੇਮ ਦੇ ਨਾਲ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ। ਸਾਰੀ ਸੰਗਤ ਇੱਕ ਵਾਰੀ ਉਚਾਰਨ ਕਰੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਗੁਰਪੂਰੈ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ। ਸਤਿਗੁਰੂ ਜੀ ਕਹਿੰਦੇ ਹਨ, ਜਿਹੜਾ ਪੂਰੇ ਗੁਰਾਂ ਦੇ ਚਰਨੀ ਲੱਗ ਜਾਂਦਾ ਹੈ, ਚਰਨਾਂ ਦੀ ਸ਼ਰਨ ਦੇ ਵਿੱਚ ਆ ਜਾਂਦਾ ਹੈ, ਹਰ ਸੰਗ ਸਹਾਈ ਪਾਇਆ। ਜਿਹੜਾ ਹਰੀ ਪਰਮੇਸ਼ਰ ਪ੍ਰਮਾਤਮਾ ਵਾਹਿਗੁਰੂ ਹੈ, ਉਹ ਉਹਦਾ ਅੰਗ ਸੰਗ ਹੋ ਕੇ ਸਦਾ ਨਾਲ ਰਹਿ ਕੇ ਉਹਦੀ ਸਹਾਇਤਾ ਕਰਦਾ ਹੈ। ਜਿੱਥੇ ਵੀ ਉਹ ਸੰਸਾਰ ਦੇ ਅੰਦਰ ਵਿਚਰਦਾ ਹੈ, ਲੋਕ ਪ੍ਰਲੋਕ ਦੇ ਅੰਦਰ, ਉਹ ਪਰਮੇਸ਼ਰ ਵਾਹਿਗੁਰੂ ਸਦਾ ਹੀ ਉਹਦੇ ਅੰਗ ਸੰਗ ਰਹਿੰਦਾ ਹੈ। ਜਿਹੜਾ ਪੂਰੇ ਗੁਰੂ ਦੇ ਚਰਨੀ ਲੱਗ ਜਾਂਦਾ ਹੈ, ਜਹ ਜਾਈਐ ਤਹਾ ਸੁਹੇਲੇ, ਕਰ ਕਿਰਪਾ ਪ੍ਰਭ ਮੇਲੇ। ਸਤਿਗੁਰੂ ਜੀ ਕਹਿੰਦੇ ਉਹ ਜਹ ਜਾਈਐ, ਜਿੱਥੇ ਵੀ ਜਾਂਦਾ ਹੈ, ਤਹਾਂ ਸੁਹੇਲੇ, ਉੱਥੇ ਹੀ ਉਸ ਨੂੰ ਸੁਖ ਦੀ ਪ੍ਰਾਪਤੀ ਹੁੰਦੀ ਹੈ। ਕਰ ਕਿਰਪਾ ਪ੍ਰਭ ਮੇਲੇ, ਜਿਨ੍ਹਾਂ ਤੇ ਉੱਤੇ ਪ੍ਰਭੂ ਪਰਮੇਸ਼ਰ ਨੇ ਕਿਰਪਾ ਕਰ ਦਿੱਤੀ ਹੈ, ਗੁਰੂ ਨੇ ਜਿਨ੍ਹਾਂ ਦੇ ਕਿਰਪਾ ਕਰ ਦਿੱਤੀ ਹੈ, ਉਹ ਪ੍ਰਭੂ ਪਰਮੇਸ਼ਰ ਦੇ ਨਾਲ ਮਿਲ ਗਏ ਹਨ। ਹਰ ਗੁਣ ਗਾਵੋ ਸਦਾ ਸੁਭਾਈ। ਸਤਿਗੁਰੂ ਜੀ ਕਹਿੰਦੇ ਇਸ ਕਰਕੇ ਐਸੇ ਹਰੀ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਚਾਹੀਦਾ ਹੈ। ਗਾਵੋ ਸਦਾ ਸੁਭਾਈ, ਸਦਾ ਹੀ, ਹਮੇਸ਼ਾ ਹੀ। ਸੁਭਾਈ ਦਾ ਅਰਥ ਹੈ ਪ੍ਰੇਮ ਦੇ ਸਹਿਤ ਹੋ ਕੇ, ਜਾਂ ਸੁਭਾਈ ਦਾ ਅਰਥ ਸੁਤੇ ਸਿੱਧ ਹੀ, ਜਾਂ ਆਪਣਾ ਸੁਭਾਅ ਹੀ ਐਸਾ ਬਣਾ ਲਵੇ। ਜਿਵੇਂ ਕਿਸੇ ਮਨੁੱਖ ਦਾ ਸੁਭਾਅ ਹੁੰਦਾ ਹੈ, ਕਿਸੇ ਦਾ ਕੋਈ ਸੁਭਾਅ ਹੈ, ਕਿਸੇ ਦਾ ਕਿਸੇ ਚੀਜ਼ ਦੇ ਅੰਦਰ ਸੁਭਾਅ ਬਣਿਆ ਹੁੰਦਾ, ਪਰ ਸਤਿਗੁਰੂ ਜੀ ਕਹਿੰਦੇ ਹਰੀ ਪਰਮੇਸ਼ਰ ਦੇ ਗੁਣ ਗਾਉਣ ਦਾ ਹੀ ਸੁਭਾਅ ਬਣਾ ਲਾ ਤੂੰ। ਹਰ ਸਮੇਂ ਉਹਦੇ ਗੁਣਾਂ ਨੂੰ ਗਾਉਣ ਦਾ ਸੁਭਾਅ ਹੀ ਧਾਰਨ ਕਰ ਲਾ ਵੀ ਗਾਉਣੇ ਹੀ ਹਨ। ਪਰਮੇਸ਼ਰ ਦੇ ਗੁਣ ਗਾਉਣ ਦਾ ਕੀ ਲਾਭ ਹੈ, ਪਰਮਾਤਮਾ ਦੀ ਸਿਫਤ ਸਲਾਹ ਕਰਨ ਦਾ ਕੀ ਲਾਭ ਹੈ, ਤਾਂ ਸਤਿਗੁਰੂ ਜੀ ਬਚਨ ਕਰਦੇ ਹਨ ਕਿ ਜਿਨ੍ਹਾਂ ਨੇ ਹਰੀ ਪਰਮੇਸ਼ਰ ਦੇ ਗੁਣ ਗਾਏ ਹਨ, ਗੁਣ ਗਾਵਤ ਤੇਰੀ ਉਤਰ ਸਮੈਲ, ਬਿਨ ਸਜਾਏ ਹਉਮੈ ਵਿਖ ਫੈਲ। ਸਤਿਗੁਰੂ ਜੀ ਕਹਿੰਦੇ ਗੁਣ ਗਾਉਣ ਦੇ ਨਾਲ ਤੇਰੀ ਹਉਮੈ ਦੀ ਜਿਹੜੀ ਮੈਲ ਹੈ, ਹੰਕਾਰ ਦੀ ਜਿਹੜੀ ਮੈਲ ਲੱਗੀ ਹੈ, ਉਹ ਲਹਿ ਜਾਂਦੀ ਹੈ।
ਉਹ ਸਾਰੀ ਹੀ ਦੂਰ ਹੋ ਜਾਂਦੀ ਹੈ। ਤੇ ਸਿੱਖ ਵੀ ਉਹ ਹੈ, ਅਧਿਕਾਰੀ ਵੀ ਉਹ ਹੈ ਜਿਹੜਾ ਹਰੀ ਪਰਮੇਸ਼ਰ ਦੇ ਗੁਣ ਗਾ ਕੇ ਆਪਣੇ ਮਨ ਨੂੰ ਉੱਜਲ ਕਰਦਾ ਹੈ। ਧਾਰਮਿਕ ਵਿਦਵਾਨਾਂ ਨੇ ਸਿੱਖ ਦਾ ਲੱਛਣ ਲਿਖਿਆ ਹੈ, ਅਧਿਕਾਰੀ ਦਾ ਲੱਛਣ ਲਿਖਿਆ ਹੈ, ਜਗਿਆਸੂ ਦਾ ਲੱਛਣ ਲਿਖਿਆ ਹੈ। ਅਧਿਕਾਰੀ ਜਗਿਆਸੂ ਆਰ ਸਿੱਖ ਕਹਾਵੈ ਸੋਏ, ਤਪ ਸਾਧਨ ਕਰ ਦੇਹ ਕੇ ਪਤ ਕਢਾਰੈ ਧੋਏ। ਕਹਿੰਦੇ ਜਿਹੜਾ ਤਪ ਰੂਪ ਪਾਣੀ ਦੇ ਨਾਲ ਭਾਵ ਕਿ ਪਰਮੇਸ਼ਰ ਦੀ ਜਿਹੜੀ ਤਪੱਸਿਆ ਕਰਨੀ ਹੈ, ਬੰਦਗੀ ਕਰਨੀ ਹੈ, ਸੇਵਾ ਤੇ ਸਿਮਰਨ ਕਰਨਾ ਹੈ, ਇਸ ਤਪ ਦੇ ਨਾਲ ਜਿਹੜਾ ਆਪਣੇ ਵਿਕਾਰਾਂ ਨੂੰ, ਆਪਣੇ ਔਗਣਾਂ ਨੂੰ ਲਾਹ ਦਿੰਦਾ ਹੈ, ਨਾਸ ਕਰ ਦਿੰਦਾ ਹੈ, ਉਹੀ ਇਹ ਸੰਸਾਰ ਦੇ ਅੰਦਰ ਜਗਿਆਸੂ, ਜਿਸ ਨੂੰ ਜਾਣਨ ਦੀ ਇੱਛਾ ਹੈ। ਅਧਿਕਾਰੀ ਜਿਹੜਾ ਗਿਆਨ ਲੈਣ ਦਾ ਅਧਿਕਾਰੀ ਹੈ। ਇਸੇ ਪ੍ਰਕਾਰ ਜਿਹੜਾ ਚੰਗੀ ਸਿੱਖਿਆ ਨੂੰ ਕਮਾਉਣ ਵਾਲਾ ਸਿੱਖ ਹੈ, ਫੇਰ ਹੀ ਕਿਹਾ ਜਾ ਸਕਦਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਰੀ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਕਰ। ਮਨ ਚਿੰਦੇ ਸਗਲੇ ਫਲ ਪਾਵਹੋ, ਜੀ ਕੈ ਸੰਗ ਸਹਾਈ। ਸਤਿਗੁਰੂ ਜੀ ਕਹਿੰਦੇ ਮਨ ਇੱਛਤ ਜਿਹੜੇ ਫਲ ਹਨ ਉਹ ਪ੍ਰਾਪਤ ਹੁੰਦੇ ਹੈ। ਜਿਹੜਾ ਪ੍ਰਮਾਤਮਾ ਦੇ ਗੁਰੂ ਦੇ ਗੁਣ ਗਾਉਂਦਾ ਹੈ ਉਸ ਨੂੰ ਮਨ ਭਾਉਂਦੇ ਜਿਹੜੇ ਪਦਾਰਥ ਹਨ, ਜੋ ਮਨ ਦੇ ਫੁਰਨੇ ਹਨ, ਜੋ ਮਨ ਦੀਆਂ ਇਛਾਵਾਂ ਹਨ, ਉਹ ਸਾਰੀਆਂ ਪੂਰੀਆਂ ਹੋ ਜਾਂਦੀਆਂ। ਜੀ ਕੈ ਸੰਗ ਸਹਾਈ। ਤੇ ਉਹ ਪਰਮੇਸ਼ਰ ਵਾਹਿਗੁਰੂ ਜਿਹੜੀ ਸਾਡੀ ਜੀ ਆਤਮਾ ਹੈ, ਜਿਹੜੀ ਇਹ ਸਰੀਰ ਦੇ ਅੰਦਰ ਚੱਲ ਰਹੀ ਹੈ, ਜਿਹਦੇ ਦੁਆਰਾ ਸਾਡਾ ਸਰੀਰ ਕੰਮ ਕਰਦਾ, ਅਸੀਂ ਤੁਰੇ ਫਿਰਦੇ ਹਾਂ, ਬੋਲਦੇ ਸੁਣਦੇ ਹਾਂ, ਉਹ ਜਿਹੜੀ ਜੀਵ ਆਤਮਾ ਹੈ ਉਹਦਾ ਸਹਾਈ ਹੁੰਦਾ, ਉਹਦੀ ਸਹਾਇਤਾ ਕਰਨ ਵਾਲਾ ਬਣਦਾ ਹੈ। ਰਹਾਉ ਨਾਰਾਇਣ ਪ੍ਰਾਣ ਆਧਾਰਾ, ਹਮ ਸੰਤ ਜਨਾਂ ਰੇ ਨਾਰਾ। ਸਤਿਗੁਰੂ ਜੀ ਕਹਿੰਦੇ ਉਹ ਪਰਮੇਸ਼ਰ ਵਾਹਿਗੁਰੂ ਜਿਹੜਾ ਉਹ ਨਾਰਾਇਣ, ਨਾਰਾਇਣ ਦਾ ਅਰਥ ਹੈ ਜਿਹੜਾ ਹਰ ਇੱਕ ਨਰ ਦੇ ਵਿੱਚ, ਆਇਣ ਦਾ ਅਰਥ ਹੁੰਦਾ ਘਰ, ਜਿਸ ਦਾ ਹਰ ਇੱਕ ਬੰਦੇ ਦੇ ਅੰਦਰ ਘਰ ਹੈ, ਉਹ ਪਰਮੇਸ਼ਰ ਵਾਹਿਗੁਰੂ ਨਾਰਾਇਣ। ਹਰੇਕ ਇਨਸਾਨ ਦੇ ਅੰਦਰ ਜਿਸ ਨੇ ਆਪਣਾ ਘਰ ਬਣਾਇਆ ਹੋਇਆ, ਜਿਹੜਾ ਹਰ ਇੱਕ ਜੀਵ ਦੇ ਅੰਦਰ ਬੈਠਾ ਹੈ, ਉਹ ਪਰਮੇਸ਼ਰ ਵਾਹਿਗੁਰੂ ਨਾਰਾਇਣ ਜਿਹੜਾ ਪ੍ਰਾਣ ਆਧਾਰਾ, ਜਿਹੜੇ ਸਾਡੇ ਪ੍ਰਾਣ ਚੱਲਦੇ ਹੈ, ਸਾਹ ਚੱਲਦੇ ਹੈ, ਇਹਨਾਂ ਦਾ ਆਧਾਰਾ ਕਹੀਏ ਆਸਰਾ ਹੈ। ਪ੍ਰਾਣਾਂ ਦਾ ਪਤੀ ਜੋ ਪਰਮੇਸ਼ਰ ਵਾਹਿਗੁਰੂ, ਸਵਾਸਾਂ ਦਾ ਮਾਲਕ ਜਿਹੜਾ ਉਹ ਸਾਡਾ ਆਧਾਰਾ ਆਸਰਾ ਹੈ। ਹਮ ਸੰਤ ਜਨਾਂ ਰੇ ਨਾਰਾ। ਸਤਿਗੁਰੂ ਜੀ ਕਹਿੰਦੇ ਅਸੀਂ ਜਿਹੜੇ ਐਸੇ ਪ੍ਰਾਣਾਂ ਦੇ ਆਸਰੇ ਪਰਮੇਸ਼ਰ ਨੂੰ ਜਪਦੇ ਹੈ, ਉਹਨਾਂ ਸਾਧੂਆਂ ਸੰਤਾਂ ਦੀ ਜਿਹੜੀ ਰੇਣ ਚਰਨ ਧੂੜ ਹੈ ਉਸ ਨੂੰ ਚਾਹੁੰਦੇ ਹਾਂ। ਪਤਤ ਪੁਨੀਤ ਕਰ ਲੀਨੇ, ਕਰ ਕਿਰਪਾ ਹਰ ਜਸ ਦੀਨੇ। ਜਿਨ੍ਹਾਂ ਨੂੰ ਹਰੀ ਪਰਮੇਸ਼ਰ ਨੇ ਆਪਣਾ ਜਸ ਬਖਸ਼ਿਆ ਹੈ, ਜਿਹੜੇ ਪ੍ਰਮਾਤਮਾ ਦੀ ਸਿਫਤ ਸਲਾਹ ਕਰਦੇ ਆ, ਉਹਦਾ ਨਾਮ ਜਪਦੇ ਆ, ਉਹਦੇ ਗੁਣ ਗਾਉਂਦੇ ਆ। ਸਤਿਗੁਰੂ ਜੀ ਕਹਿੰਦੇ ਚਾਹੇ ਉਹ ਪਤਿਤ ਵੀ ਹੋਣ, ਚਾਹੇ ਉਹ ਪਾਪੀ ਵੀ ਹੋਣ, ਪੁਨੀਤ ਕਰ ਲੀਨੇ, ਉਹ ਵੀ ਪਰਮੇਸ਼ਰ ਨੇ ਪਵਿੱਤਰ ਕਰ ਦਿੱਤੇ। ਸੰਸਾਰ ਦੇ ਅੰਦਰ ਜਿਹੜੇ ਵੱਡੇ ਵੱਡੇ ਪਾਪੀ ਹੋਏ ਹੈ, ਉਹਨਾਂ ਦਾ ਜ਼ਿਕਰ ਗੁਰਬਾਣੀ ਦੇ ਅੰਦਰ ਆਉਂਦਾ ਹੈ ਕਿ ਬੜੇ ਵੱਡੇ ਪਾਪ ਉਹਨਾਂ ਨੇ ਕੀਤੇ, ਪਰ ਜਦੋਂ ਪਰਮੇਸ਼ਰ ਦਾ ਨਾਮ ਜਪਣ ਲੱਗ ਪਏ, ਜਦੋਂ ਪ੍ਰਮਾਤਮਾ ਦੇ ਗੁਣ ਗਾਉਣ ਲੱਗ ਪਏ, ਤੇ ਲੋਕ ਉਹਨਾਂ ਦੀ ਜੈ ਜੈਕਾਰ ਕਰਨ ਲੱਗ ਪਏ। ਕਿਉਂਕਿ ਪਰਮੇਸ਼ਰ ਦਾ ਨਾਮ ਜਿਹੜਾ ਹੈ ਉਹ ਸਭ ਤੋਂ ਉੱਤਮ ਹੈ। ਜਿਸ ਨੀਚ ਕੋ ਕੋਈ ਨਾ ਜਾਣੈ, ਨਾਮ ਜਪਤ ਉਹ ਚਹੁ ਕੁੰਟ ਮਾਨੈ। ਕਿ ਜਿਹੜੇ ਨੂੰ ਲੋਕ ਕਹਿੰਦੇ ਸਨ ਕਿ ਬੜੇ ਪਾਪੀ ਹਨ, ਬੜੇ ਨੀਚ ਹਨ, ਬੜੇ ਇਹਨਾਂ ਦੇ ਕੰਮ ਜਿਹੜੇ ਉਹ ਗਲਤ ਹਨ, ਪਰ ਜਦੋਂ ਉਹ ਪਰਮੇਸ਼ਰ ਦੇ ਨਾਮ ਦੇ ਵਿੱਚ ਜੁੜ ਗਏ, ਜਦੋਂ ਬੰਦਗੀ ਕਰਨ ਲੱਗ ਪਏ, ਚਹੁ ਕੁੰਟ ਮਾਨੈ, ਫਿਰ ਚਾਰੇ ਦਿਸ਼ਾਵਾਂ ਦੇ ਅੰਦਰ ਹੀ ਉਹਨਾਂ ਦੀ ਜੈ ਜੈਕਾਰ ਹੋਣ ਲੱਗ ਪਈ। ਜਿਵੇਂ ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀਆਂ ਵਾਰਾਂ ਦੇ ਅੰਦਰ ਜ਼ਿਕਰ ਕੀਤਾ, ਭਗਤ ਭਗਤ ਜਗ ਵੱਜਿਆ, ਚਹੁ ਚੱਕਾਂ ਦੇ ਵਿੱਚ ਚਮਰੇਟਾ। ਭਗਤ ਰਵਿਦਾਸ ਸਾਹਿਬ ਜੀ, ਜਿਨ੍ਹਾਂ ਨੂੰ ਲੋਕ ਕਹਿੰਦੇ ਸਨ ਕਿ ਇਹ ਤੇ ਨੀਵੀਂ ਜਾਤ ਦੇ ਹਨ, ਇਹ ਤੇ ਚਮਾਰ ਹਨ, ਇਹ ਬੰਦਗੀ ਨਹੀਂ ਕਰ ਸਕਦੇ, ਇਹ ਰੱਬ ਦਾ ਨਾਮ ਨਹੀਂ ਲੈ ਸਕਦੇ, ਤੇ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਉਹਨਾਂ ਦੀ ਜੈ ਜੈਕਾਰ ਚੌਹਾਂ ਚੱਕਾਂ ਦੇ ਅੰਦਰ ਹੋ ਗਈ, ਚਾਰੇ ਦਿਸ਼ਾਵਾਂ ਦੇ ਅੰਦਰ ਹੀ ਹੋ ਗਈ। ਇਸ ਪ੍ਰਕਾਰ ਪਰਮੇਸ਼ਰ ਦਾ ਨਾਮ ਜਿਹੜਾ ਹੈ ਉਹ ਸਭ ਤੋਂ ਉੱਤਮ ਹੈ। ਉੱਚੇ ਉੱਪਰ ਉੱਚਾ ਨਾਓ, ਜਿਹੜਾ ਪਰਮੇਸ਼ਰ ਦਾ ਨਾਮ ਹੈ ਨਾ, ਉਹ ਸਭ ਤੋਂ ਉੱਚਾ ਹੈ, ਤੇ ਜਿਹੜਾ ਜਪਣ ਲੱਗ ਜਾਂਦਾ ਉਹਨੂੰ ਵੀ ਉੱਚਾ ਕਰ ਦਿੰਦਾ।
ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਹਰੀ ਪਰਮੇਸ਼ਰ ਦੇ ਜਸ ਨੂੰ ਗਾਇਆ ਹੈ ਉਹ ਪਤਤ ਪੁਨੀਤ ਕਰ ਲੀਨੇ। ਚਾਹੇ ਉਹ ਕਿੱਡੇ ਹੀ ਪਤਤ ਸਨ, ਪਾਪੀ ਜੀਵ ਸਨ, ਉਹ ਵੀ ਪਰਮੇਸ਼ਰ ਨੇ ਪਵਿੱਤਰ ਕਰ ਦਿੱਤੇ। ਪਾਰ ਬ੍ਰਹਮ ਕਰੇ ਪ੍ਰਤਪਾਲਾ, ਸਦ ਜੀ ਸੰਗ ਰਖਵਾਲਾ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਬਚਨ ਕਰਦੇ ਹਨ, ਪਾਰ ਬ੍ਰਹਮ ਜੋ ਪਾਪਾਂ ਪੁੰਨਾਂ ਤੋਂ ਪਰੇ ਬ੍ਰਹਮ ਵਿਆਪਕ ਸਰੂਪ ਪਰਮੇਸ਼ਰ ਹੈ, ਉਹ ਕਰੇ ਪ੍ਰਤਪਾਲਾ, ਉਹ ਸਭ ਜੀਵਾਂ ਦੀ ਪਾਲਣਾ ਪੋਸ਼ਣਾ ਕਰਦਾ ਹੈ। ਜਿੱਦਾਂ ਜਿੱਦਾਂ ਦੀ ਕਿਸੇ ਦੀ ਖੁਰਾਕ ਹੈ ਉੱਦਾਂ ਦੀ ਉਹ ਪਰਮੇਸ਼ਰ ਨੇ ਬਣਾਈ ਉਹਦੇ ਵਾਸਤੇ। ਜਿੱਦਾਂ ਦਾ ਜੀਵ ਬਣਾਇਆ ਉੱਦਾਂ ਦੀ ਉਹਦੀ ਖੁਰਾਕ ਬਣਾਈ। ਇਸ ਕਰਕੇ ਉਹ ਪਰਮੇਸ਼ਰ ਵਾਹਿਗੁਰੂ ਸਭ ਦੀ ਪਾਲਣਾ ਕਰਦਾ ਹੈ। ਦੀਨਨ ਕੀ ਪ੍ਰਤਪਾਲ ਕਰੈ, ਨਿਤ ਸੰਤ ਉਬਾਰ ਗਨੀਮਨ ਗਾਰੈ। ਪਛ ਪਸ਼ੂ ਨਗ ਨਾਗ ਨਰਾਧਪ, ਸਰਬ ਸਮੈ ਸਭ ਕੋ ਪ੍ਰਤਪਾਰੈ। ਉਖਤ ਹੈ ਜਲ ਮੈਂ ਥਲ ਮੈਂ ਪਲ ਮੈਂ, ਕਲ ਕੇ ਨਹੀਂ ਕਰਮ ਵਿਚਾਰੈ। ਦੀਨ ਦਇਆਲ ਦਇਆ ਨਿਧ, ਦੋਖਣ ਦੇਖਤ ਹੈ ਪਰ ਦੇਤ ਨਾ ਹਾਰੈ। ਸਤਿਗੁਰੂ ਜੀ ਕਹਿੰਦੇ ਉਹ ਪਰਮੇਸ਼ਰ ਇੱਦਾਂ ਪਾਲਣਾ ਕਰਦਾ, ਚਾਹੇ ਉਹ ਕਿਸੇ ਦੇ ਔਗਣ ਵੀ ਵੇਖ ਰਿਹਾ, ਚਾਹੇ ਉਹ ਕਿਸੇ ਦੇ ਗੁਨਾਹ ਵੀ ਵੇਖ ਰਿਹਾ, ਪਰ ਫਿਰ ਵੀ ਉਹਦਾ ਰਿਜ਼ਕ ਨਹੀਂ ਬੰਦ ਕਰਦਾ। ਸੰਸਾਰ ਦੇ ਅੰਦਰ ਆਪਾਂ ਵੇਖਦੇ ਹਾਂ ਜਦੋਂ ਕੋਈ ਬੰਦਾ ਕਿਸੇ ਦਾ ਔਗਣ ਵੇਖ ਲਵੇ ਤੇ ਉਹਦੇ ਨਾਲੋਂ ਨਾਤਾ ਤੋੜ ਲੈਂਦਾ, ਪਰ ਉਹ ਪਰਮੇਸ਼ਰ ਵਾਹਿਗੁਰੂ ਐਸਾ ਦਿਆਲੂ ਕਿਰਪਾਲੂ ਹੈ, ਚਾਹੇ ਕੋਈ ਕਿੰਨੇ ਗੁਨਾਹ ਕਰੀ ਜਾਂਦਾ ਉਹਦਾ ਰਿਜ਼ਕ ਨਹੀਂ ਬੰਦ ਕਰਦਾ। ਰੋਜੀ ਜਿਹੜੀ ਆ ਉਹ ਪਰਮੇਸ਼ਰ ਉਹਨੂੰ ਦਿੰਦਾ ਹੀ ਦਿੰਦਾ, ਪੇਟ ਦੀ ਪੂਰਤੀ ਜਿਹੜੀ ਉਹਦੀ ਹੁੰਦੀ ਹੈ। ਇਸ ਕਰਕੇ ਉਹ ਪਰਮੇਸ਼ਰ ਵਾਹਿਗੁਰੂ ਪਾਰ ਬ੍ਰਹਮ ਕਰੇ ਪ੍ਰਤਪਾਲਾ, ਸਾਰੇ ਜੀਆਂ ਦੀ ਉਹ ਪਾਲਣਾ ਕਰਨ ਵਾਲਾ ਹੈ। ਸਦ ਜੀ ਸੰਗ ਰਖਵਾਲਾ, ਫਿਰ ਸਭ ਜੀਵਾਂ ਦੇ ਉਹ ਅੰਗ ਸੰਗ ਹੋ ਕੇ ਰਖਵਾਲਾ ਕਹੀਏ, ਰੱਖਿਆ ਕਰਨ ਵਾਲਾ ਹੈ। ਸਭ ਜੀਵਾਂ ਦੇ ਅੰਦਰ ਜਿਹੜੇ ਸ਼ੁਭ ਗੁਣ ਹਨ ਉਹਨਾਂ ਦੀ ਰੱਖਿਆ ਕਰਨ ਵਾਲਾ ਹੈ। ਜਿਸ ਪ੍ਰਕਾਰ ਖੇਤ ਦੇ ਅੰਦਰ ਆਪਾਂ ਵਾੜ ਕਰ ਦਿੰਦੇ ਕਿ ਕੋਈ ਜਾਨਵਰ ਫਸਲ ਨੂੰ ਨੁਕਸਾਨ ਨਾ ਪਹੁੰਚਾਵੇ, ਇਸੇ ਪ੍ਰਕਾਰ ਹੀ ਉਹ ਪਰਮੇਸ਼ਰ ਵਾਹਿਗੁਰੂ ਜੀਵਾਂ ਦੇ ਆਲੇ ਦੁਆਲੇ ਨਾਮ ਦੀ ਵਾੜ ਕਰ ਦਿੰਦਾ, ਬੰਦਗੀ ਦੀ ਵਾੜ ਕਰ ਦਿੰਦਾ, ਜਿਸ ਦੁਆਰਾ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਾਨਵਰ ਹਨ ਇਹਨਾਂ ਦੁਆਰਾ ਸ਼ੁਭ ਗੁਣਾਂ ਦੀ ਜਿਹੜੀ ਖੇਤੀ ਉਹਦੀ ਰੱਖਿਆ ਹੁੰਦੀ ਹੈ, ਨੁਕਸਾਨ ਨਹੀਂ ਹੁੰਦਾ। ਇਸ ਪ੍ਰਕਾਰ ਸਭ ਤਰ੍ਹਾਂ ਕਰਕੇ ਉਹ ਜੀਵਾਂ ਦੀ ਰੱਖਿਆ ਕਰਨ ਵਾਲਾ ਪਰਮੇਸ਼ਰ ਹੈ। ਹਰ ਦਿਨ ਰੈਣ ਕੀਰਤਨ ਗਾਈਐ, ਬਹੁੜ ਨ ਜੋਨੀ ਪਾਈਐ। ਸਤਿਗੁਰੂ ਜੀ ਕਹਿੰਦੇ ਐਸੇ ਹਰੀ ਪਰਮੇਸ਼ਰ ਦੇ ਕੀਰਤਨ ਨੂੰ ਦਿਨ ਰੈਣ, ਦਿਨੇ ਰਾਤ ਹੀ ਗਾਉਂਦੇ ਰਹੀਏ ਕਿ ਹਰ ਇੱਕ ਸਮੇਂ ਉਹ ਪਰਮੇਸ਼ਰ ਵਾਹਿਗੁਰੂ ਦੀ ਕੀਰਤਨ ਨੂੰ, ਉਹਦੇ ਜਸ ਨੂੰ ਗਾਉਣਾ ਚਾਹੀਦਾ ਹੈ ਦਿਨੇ ਰਾਤ। ਆਠ ਪਹਿਰ ਇਕ ਤੈ ਲਿਵੈ, ਮੰਨੇਨ ਹੁਕਮ ਅਪਾਰ। ਅੱਠੇ ਪਹਿਰ ਹੀ ਉਹ ਪਰਮੇਸ਼ਰ ਦੇ ਜਸ ਨੂੰ ਗਾਉਣਾ ਚਾਹੀਦਾ, ਉਹਦੇ ਹੁਕਮ ਨੂੰ ਮੰਨਣਾ ਚਾਹੀਦਾ। ਜਿਹੜਾ ਸਤਿਗੁਰੂ ਜੀ ਕਹਿੰਦੇ ਇੱਦਾਂ ਕਰ ਲੈਂਦਾ, ਦਿਨੇ ਰਾਤ ਉਹ ਪਰਮੇਸ਼ਰ ਦੇ ਜਸ ਦੇ ਵਿੱਚ ਆਪਣਾ ਮਨ ਜੋੜੀ ਰੱਖਦਾ, ਉਹਦੇ ਨਾਮ ਦੇ ਵਿੱਚ ਜੋੜੀ ਰੱਖਦਾ, ਬਹੁੜ ਨਾ ਜੋਨੀ ਪਾਈਏ। ਫਿਰ ਉਸ ਨੂੰ ਵਾਰ-ਵਾਰ ਜਿਹੜੀਆਂ ਜੂਨਾਂ ਹਨ ਇਹਨਾਂ ਦੇ ਵਿੱਚ ਨਹੀਂ ਪੈਣਾ ਪੈਂਦਾ। ਜਿਹੜੀਆਂ ਜੂਨਾਂ ਹਨ 84 ਲੱਖ ਜੂਨ ਉਹ ਪਰਮੇਸ਼ਰ ਨੇ ਬਣਾਈ ਹੈ। ਜਿਵੇਂ ਸਤਿਗੁਰਾਂ ਦੀ ਪਾਵਨ ਬਾਣੀ ਦੇ ਬਚਨ ਹਨ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ। ਇਸ ਪ੍ਰਕਾਰ ਕਈ ਜੂਨਾਂ ਜਿਹੜੀਆਂ, ਕਈ ਜਨਮ ਜਿਹੜੇ ਆ 84 ਦੇ ਵਿੱਚ ਹਨ, ਪਰ ਸਤਿਗੁਰੂ ਜੀ ਕਹਿੰਦੇ ਇਹਨਾਂ ਜੂਨਾਂ ਦੇ ਵਿੱਚ ਉਹ ਨਹੀਂ ਪੈਂਦਾ। ਜਿਹੜਾ ਹਰੀ ਪਰਮੇਸ਼ਰ ਦੇ ਜਸ ਨੂੰ ਰਾਤ ਦਿਨੇ ਮਨ ਬਾਣੀ ਸਰੀਰ ਕਰਕੇ ਪ੍ਰੇਮ ਦੇ ਨਾਲ ਗਾਉਂਦਾ ਹੈ, ਜਿਸ ਦੇਵੈ ਪੁਰਖ ਵਿਧਾਤਾ, ਹਰ ਰਸ ਤਿਨਹੀ ਜਾਤਾ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਦੇ ਉੱਤੇ, ਜਿਨ੍ਹਾਂ ਨੂੰ ਪਰਮੇਸ਼ਰ ਵਾਹਿਗੁਰੂ ਇਹ ਨਾਮ ਦੀ ਦਾਤ ਵਿਧਾਤਾ, ਜੋ ਕੀਤੇ ਕਰਮਾਂ ਦਾ ਫਲ ਦੇਣ ਵਾਲਾ ਪੁਰਖ ਵਿਆਪਕ ਸਰੂਪ ਪਰਮੇਸ਼ਰ ਹੈ, ਉਹ ਦੇ ਦਿੰਦਾ ਹੈ। ਉਹਨਾਂ ਨੇ ਹੀ ਹਰ ਰਸ ਤਿਨਹੀ ਜਾਤਾ, ਹਰੀ ਪਰਮੇਸ਼ਰ ਦੇ ਨਾਮ ਦਾ ਰਸ ਜਿਹੜਾ ਉਸ ਨੂੰ ਜਾਤਾ ਕੀ ਇਹ ਜਾਣ ਲਿਆ ਹੈ। ਕਿਉਂਕਿ ਨਾਮ ਦਾ ਰਸ ਜਿਹੜਾ ਉਹ ਐਸਾ ਰਸ ਹੈ ਜਿਸ ਦੇ ਅੱਗੇ ਸਾਰੇ ਰਸ ਦੁਨੀਆ ਦੇ ਫਿੱਕੇ ਪੈ ਜਾਂਦੇ ਆ। ਭਗਤ ਫਰੀਦ ਸਾਹਿਬ ਜੀ ਦਾ ਜੀਵਨ ਜਦੋਂ ਆਪਾਂ ਪੜ੍ਹਦੇ ਹਾਂ ਤੇ ਭਗਤ ਫਰੀਦ ਸਾਹਿਬ ਜੀ ਦੀ ਮਾਤਾ ਨੇ ਭਗਤ ਫਰੀਦ ਜੀ ਨੂੰ ਸ਼ੱਕਰ ਦਾ ਲਾਲਚ ਦੇ ਕੇ ਖੁਦਾ ਦੀ ਬੰਦਗੀ ਵੱਲ ਲਾਇਆ ਕਿ ਖੁਦਾ ਦੀ ਬੰਦਗੀ ਕਰਨ ਦੇ ਨਾਲ ਸ਼ੱਕਰ ਮਿਲਦੀ ਹੈ। ਤੇ ਹਰ ਰੋਜ਼
ਉਹ ਮਾਤਾ ਕਰਿਆ ਕਰੇ ਜਦੋਂ ਉਹ ਭਗਤ ਫਰੀਦ ਬੰਦਗੀ 'ਚ ਜੁੜਿਆ ਕਰੇ ਤੇ ਉਹਦੇ ਕੱਪੜੇ ਦੇ ਥੱਲੇ ਆਪ ਸ਼ੱਕਰ ਰੱਖ ਦਿਆ ਕਰੇ। ਇੱਦਾਂ ਭਗਤ ਫਰੀਦ ਸਾਹਿਬ ਬੰਦਗੀ ਕਰਦੇ ਰਹੇ। ਜਦੋਂ ਬੰਦਗੀ ਦੇ ਅੰਦਰ ਰਸ ਆਉਣ ਲੱਗ ਪਿਆ, ਜਦੋਂ ਨਾਮ ਦੇ ਅੰਦਰ ਰਸ ਆਉਣ ਲੱਗ ਪਿਆ ਤੇ ਇੱਕ ਦਿਨ ਮਾਤਾ ਉਹ ਸ਼ੱਕਰ ਰੱਖਣੋਂ ਭੁੱਲ ਗਈ ਤੇ ਮਾਤਾ ਨੂੰ ਬੜਾ ਫਿਕਰ ਹੋਇਆ ਕਿ ਅੱਜ ਤੇ ਭਗਤ ਫਰੀਦ ਜਿਹੜਾ ਟੁੱਟ ਜਾਏਗਾ ਬੰਦਗੀ ਵੱਲੋਂ। ਜਦੋਂ ਉਹਨੂੰ ਸ਼ੱਕਰ ਨਾ ਮਿਲੀ ਤੇ ਉਹਨੇ ਕਹਿਣਾ ਕਿ ਖੁਦਾ ਨੇ ਸ਼ੱਕਰ ਨਹੀਂ ਦਿੱਤੀ ਅੱਜ। ਤੇ ਜਦੋਂ ਘਰ ਦੇ ਅੰਦਰ ਵਾਪਸ ਆਈ ਤੇ ਭਗਤ ਫਰੀਦ ਸਾਹਿਬ ਜੀ ਨੂੰ ਪੁੱਛਿਆ ਕਿ ਅੱਜ ਸ਼ੱਕਰ ਦਾ ਸਵਾਦ ਕੈਸਾ ਸੀ, ਤਾਂ ਉਸ ਸਮੇਂ ਭਗਤ ਫਰੀਦ ਸਾਹਿਬ ਜੀ ਉਹ ਅਸਲੀ ਰਸ ਦੇ ਵਿੱਚ ਚਲੇ ਗਏ। ਅਸਲੀ ਨਾਮ ਦਾ ਜਿਹੜਾ ਰਸ ਸੀ ਉਹ ਜਦੋਂ ਪ੍ਰਾਪਤ ਹੋ ਗਿਆ ਤੇ ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ, ਫਰੀਦਾ। ਭਗਤ ਫਰੀਦ ਸਾਹਿਬ ਜੀ ਨੇ ਸ਼ਲੋਕਾਂ ਦੇ ਅੰਦਰ ਬਚਨ ਕੀਤੇ ਹਨ, ਸ਼ੱਕਰ ਖੰਡ ਨਿਵਾਤ ਗੁੜ ਮਾਖਿਓਂ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਭਗਤ ਫਰੀਦ ਸਾਹਿਬ ਜੀ ਕਹਿੰਦੇ ਸ਼ੱਕਰ ਬੜੀ ਮਿੱਠੀ ਹੈ, ਖੰਡ ਵੀ ਮਿੱਠੀ ਹੈ, ਇਸੇ ਪ੍ਰਕਾਰ ਨਿਵਾਤ ਮਿਸ਼ਰੀ ਵੀ ਬੜੀ ਮਿੱਠੀ ਹੈ, ਗੁੜ ਵੀ ਬੜਾ ਮਿੱਠਾ ਹੈ, ਜਿਹੜਾ ਮੱਝ ਦਾ ਦੁੱਧ ਉਹ ਵੀ ਬੜਾ ਮਿੱਠਾ ਮੰਨਿਆ, ਮਾਖਿਓ ਜਿਹੜਾ ਸ਼ਹਿਦ ਉਹ ਵੀ ਬੜਾ ਮਿੱਠਾ ਮੰਨਿਆ, ਪਰ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਪਰ ਮਾਤਾ ਜਿਹੜਾ ਪਰਮੇਸ਼ਰ ਦੇ ਨਾਮ ਦਾ ਰਸ ਹੈ ਨਾ, ਉਹਦੇ ਬਰਾਬਰ ਇੱਕ ਵੀ ਨਹੀਂ, ਸਭ ਫਿੱਕੇ ਹਨ। ਜਿਹੜਾ ਨਾਮ ਦਾ ਰਸ ਹੈ, ਜਿਹੜਾ ਹਰੀ ਪਰਮੇਸ਼ਰ ਦੇ ਭਗਤੀ ਦਾ ਆਨੰਦ ਦਾ ਰਸ ਹੈ, ਉਹਦੇ ਬਰਾਬਰ ਦੁਨਿਆਵੀ ਰਸ ਜਿਹੜੇ ਆ ਸਭ ਫਿੱਕੇ ਹੋ ਜਾਂਦੇ, ਕਿਉਂਕਿ ਇਹਨਾਂ ਦਾ ਰਸ ਜ਼ਬਾਨ ਤੱਕ ਹੈ। ਜਦੋਂ ਜ਼ਬਾਨ ਤੋਂ ਅੰਦਰ ਚਲੇ ਗਿਆ ਫਿਰ ਰਸ ਖਤਮ, ਕਿਉਂਕਿ ਇਹਨਾਂ ਦਾ ਰਸ ਤੇ ਜ਼ਬਾਨ ਨੇ ਦੇਣਾ। ਜਿੰਨਾ ਚਿਰ ਜ਼ਬਾਨ ਤੇ ਹੈ ਉਹਨਾਂ ਚਿਰ ਜੀਵ ਕਹਿੰਦਾ ਬੜਾ ਮਿੱਠਾ ਹੈ, ਬੜਾ ਕੌੜਾ ਹੈ, ਬੜਾ ਖੱਟਾ ਹੈ। ਪਰ ਜਿਹੜਾ ਪਰਮੇਸ਼ਰ ਦਾ ਨਾਮ ਦਾ ਰਸ ਹੈ ਉਹ ਤੇ ਗੁਰਮੁਖ ਰੋਮ ਰੋਮ ਹਰ ਧਿਆਵੈ। ਰੋਮ ਰੋਮ ਦੇ ਅੰਦਰ ਉਹ ਪਰਮੇਸ਼ਰ ਦੇ ਨਾਮ ਦਾ ਰਸ ਜਿਹੜਾ ਉਹ ਭਰ ਜਾਂਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ, ਹਰੀ ਪਰਮੇਸ਼ਰ ਦੇ ਰਸ ਨੂੰ, ਨਾਮ ਦੇ ਰਸ ਨੂੰ ਉਹਨਾਂ ਨੇ ਜਾਣਿਆ ਹੈ ਜਿਨ੍ਹਾਂ ਨੂੰ ਪਰਮੇਸ਼ਰ ਵਾਹਿਗੁਰੂ ਨੇ ਕਿਰਪਾ ਕਰਕੇ ਇਹ ਦਾਤ ਬਖਸ਼ੀ ਹੈ। ਜਮ ਕੰਕਰ ਨੇੜ ਨਾ ਆਇਆ, ਸੁਖ ਨਾਨਕ ਸਰਣੀ ਪਾਇਆ। ਸਤਿਗੁਰੂ ਜੀ ਕਹਿੰਦੇ ਹਨ, ਜਿਨ੍ਹਾਂ ਦੇ ਉੱਤੇ ਪਰਮੇਸ਼ਰ ਵਾਹਿਗੁਰੂ ਨੇ ਕਿਰਪਾ ਕੀਤੀ ਹੈ, ਜਿਨ੍ਹਾਂ ਨੇ ਇਹ ਨਾਮ ਦੇ ਰਸ ਨੂੰ ਜਪਿਆ, ਜਮ ਕੰਕਰ, ਜਮਾਂ ਦੇ ਜਿਹੜੇ ਦੂਤ ਹਨ ਉਹ ਨੇੜੇ ਨਹੀਂ ਆਉਂਦੇ। ਉਹ ਹਰੀ ਪਰਮੇਸ਼ਰ ਦੀ ਸ਼ਰਨ ਦੇ ਵਿੱਚ ਪਏ ਹੋਏ ਸਦਾ ਹੀ ਆਤਮਿਕ ਸੁਖ ਨੂੰ, ਜਿਹੜੇ ਸੁੱਖ ਦੇ ਵਿੱਚ ਕਦੇ ਤਬਦੀਲੀ ਨਹੀਂ ਹੁੰਦੀ। ਦੁਨਿਆਵੀ ਜਿਹੜੇ ਸੁੱਖ ਹਨ ਇਹ ਬਦਲ ਜਾਂਦੇ ਆ ਸਮੇਂ ਦੇ ਨਾਲ, ਪਰ ਜਿਹੜਾ ਆਤਮਿਕ ਸੁੱਖ ਹੈ ਉਹ ਕਦੇ ਤਬਦੀਲ ਨਹੀਂ ਹੁੰਦਾ। ਇੱਕ ਰਸ ਰਹਿਣ ਵਾਲਾ ਜਿਹੜਾ ਸੁੱਖ ਹੈ ਉਹਦੀ ਪ੍ਰਾਪਤੀ ਉਹਨਾਂ ਨੂੰ ਹੋ ਗਈ। ਸੋਰਠ ਮਹੱਲਾ ਪੰਜਵਾ, ਗੁਰ ਪੂਰੈ ਕੀਤੀ ਪੂਰੀ, ਪ੍ਰਭ ਰਵ ਰਹਿਆ ਭਰਪੂਰੀ। ਸਤਿਗੁਰੂ ਜੀ ਅਗਲੇ ਸ਼ਬਦ ਦੇ ਅੰਦਰ ਬਚਨ ਕਰਦੇ ਹਨ, ਪੂਰੇ ਗੁਰਾਂ ਨੇ ਸਾਰੀ ਜਿਹੜੀ ਗੱਲਬਾਤ ਸੀ ਉਹ ਪੂਰੀ ਕਰ ਦਿੱਤੀ, ਕਿਉਂਕਿ ਪੂਰਾ ਗੁਰੂ ਜਿਹੜਾ ਹੁੰਦਾ ਉਹ ਕੋਈ ਘਾਟ ਨਹੀਂ ਰਹਿਣ ਦਿੰਦਾ। ਉਹ ਸਭ ਘਾਟਾਂ ਜਿਹੜੀਆਂ ਕੱਢ ਦਿੰਦਾ ਹੈ। ਪੂਰੇ ਕਾ ਕੀਆ ਸਭ ਕਿਛ ਪੂਰਾ, ਘੱਟ ਵੱਧ ਕਿਛ ਨਹੀਂ। ਪੂਰਾ ਗੁਰੂ ਜਿਹੜਾ ਹੈ ਉਹ ਸਿੱਖ ਦੇ ਅੰਦਰੋਂ ਸਾਰੇ ਔਗਣ ਜਿਹੜੇ ਆ ਉਹ ਕੱਢ ਦਿੰਦਾ, ਗੁਣਾਂ ਦੇ ਨਾਲ ਪੂਰਨ ਤੌਰ ਤੇ ਉਹਨੂੰ ਭਰ ਦਿੰਦਾ ਹੈ। ਪ੍ਰਭ ਰਵ ਰਹਿਆ ਭਰਪੂਰੀ। ਫਿਰ ਸਤਿਗੁਰੂ ਜੀ ਕਹਿੰਦੇ, ਜਦੋਂ ਪੂਰੇ ਗੁਰੂ ਨੇ ਕਿਰਪਾ ਕੀਤੀ ਤੇ ਪ੍ਰਭੂ ਪਰਮੇਸ਼ਰ ਜਿਹੜਾ ਰਵ ਰਹਿਆ ਉਹ ਸਭ ਥਾਵਾਂ ਦੇ ਵਿੱਚ ਹੀ ਰਵਿਆ। ਰਵ ਰਹਿਆ ਤੋਂ ਭਾਵ ਮਿਲਿਆ ਹੋਇਆ, ਤੇ ਭਰਪੂਰੀ, ਭਰਪੂਰ ਉਹਦੇ ਖਜ਼ਾਨੇ ਗੁਣਾਂ ਦੇ ਜਿਹੜੇ ਉਹ ਭਗਤੀ ਦੇ ਬਖਸ਼ ਦਿੱਤੇ। ਖੇਮ ਕੁਸਲ ਭਇਆ ਇਸਨਾਨਾ, ਪਾਰ ਬ੍ਰਹਮ ਵਿਟਹੁ ਕੁਰਬਾਨਾ। ਸਤਿਗੁਰੂ ਜੀ ਕਹਿੰਦੇ ਹਨ, ਖੇਮ ਜਿਹੜੀ ਆਨੰਦ ਦੀ ਪ੍ਰਾਪਤੀ ਹੋਈ ਹੈ, ਕੁਸਲ ਭਾਵ ਕੇ ਖੁਸ਼ੀਆਂ ਦੀ ਪ੍ਰਾਪਤੀ ਹੋਈ ਹੈ। ਇਸ ਪ੍ਰਕਾਰ ਭਇਆ ਇਸ਼ਨਾਨਾ, ਜਿਨ੍ਹਾਂ ਨੇ ਆਤਮਿਕ ਰੂਪ ਦੇ ਅੰਦਰ ਸਾਧ ਸੰਗਤ ਦੇ ਵਿੱਚ ਪਰਮੇਸ਼ਰ ਦੇ ਨਾਮ ਦੇ ਵਿੱਚ ਜਿਨ੍ਹਾਂ ਨੇ ਇਸ਼ਨਾਨ ਕਰ ਲਿਆ, ਉਹਨਾਂ ਨੂੰ ਸਤਿਗੁਰੂ ਜੀ ਕਹਿੰਦੇ ਸਭ ਤਰ੍ਹਾਂ ਕਰਕੇ ਸੁੱਖ ਤੇ ਸ਼ਾਂਤੀ ਦੀ ਪ੍ਰਾਪਤੀ ਹੋਈ ਹੈ। ਪਾਰ ਬ੍ਰਹਮ ਵਿਟਹੁ ਕੁਰਬਾਨਾ, ਉਹ ਫਿਰ ਐਸੇ ਪ੍ਰਭੂ ਪਰਮੇਸ਼ਰ ਤੋਂ ਕੁਰਬਾਨ ਵੀ ਹੋ ਜਾਂਦੇ, ਫਿਰ ਵੀ ਉਹ ਪ੍ਰਵਾਹ ਨਹੀਂ ਕਰਦੇ।
ਜਿਨ੍ਹਾਂ ਦੇ ਅੰਦਰ ਪਰਮੇਸ਼ਰ ਦੇ ਨਾਮ ਦਾ ਰਸ ਵਸ ਗਿਆ, ਉਹ ਪਰਮੇਸ਼ਰ ਤੋਂ, ਪ੍ਰਮਾਤਮਾ ਤੋਂ ਕੁਰਬਾਨ ਬਲਿਹਾਰ ਜਾਂਦੇ ਹਨ। ਗੁਰ ਕੇ ਚਰਨ ਕਵਲ ਰਿੱਧ ਧਾਰੇ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਗੁਰੂ ਦੇ ਜਿਹੜੇ ਚਰਨ ਕਮਲ ਹਨ ਉਹ ਹਿਰਦੇ 'ਚ ਧਾਰਨ ਕੀਤੇ ਹਨ। ਜਿਵੇਂ ਕਮਲ ਦਾ ਫੁੱਲ ਹੁੰਦਾ, ਕਮਲ ਦੇ ਫੁੱਲ ਦੇ ਅੰਦਰ ਵਿਸ਼ੇਸ਼ਤਾਈਆਂ ਹੁੰਦੀਆਂ। ਇੱਕ ਤੇ ਉਹ ਪਾਣੀ ਦੇ ਵਿੱਚ ਪੈਦਾ ਹੁੰਦਾ ਤੇ ਪਾਣੀ ਉਹ ਆਪਣੇ ਨਾਲ ਲੱਗਣ ਨਹੀਂ ਦਿੰਦਾ। ਦੂਸਰਾ, ਉਹਦੇ ਅੰਦਰ ਸੁਗੰਧੀ ਐਸੀ ਹੁੰਦੀ ਹੈ, ਫਿਰ ਉਹਦੀ ਸੁੰਦਰਤਾ ਐਸੀ ਹੁੰਦੀ ਹੈ, ਫਿਰ ਉਹਦੇ ਅੰਦਰ ਕੋਮਲਤਾ ਬੜੀ ਹੁੰਦੀ ਹੈ, ਨਰਮਾਈ ਬੜੀ ਹੁੰਦੀ ਹੈ। ਇਸੇ ਪ੍ਰਕਾਰ ਹੀ ਜਿਹੜੇ ਗੁਰੂ ਦੇ ਚਰਨ ਹਨ, ਇਹ ਸੰਸਾਰ ਦੇ ਅੰਦਰ ਹੀ ਉਹ ਪਰਮੇਸ਼ਰ ਵਾਹਿਗੁਰੂ ਗੁਰੂ ਰੂਪ ਹੋ ਕੇ ਪ੍ਰਗਟ ਹੁੰਦਾ, ਪਰ ਸੰਸਾਰ ਦਾ ਜਿਹੜਾ ਮੋਹ ਮਾਇਆ ਦਾ ਪਾਣੀ ਹੈ ਨੇੜੇ ਨਹੀਂ ਲੱਗਣ ਦਿੰਦਾ, ਇਹਦੇ ਤੋਂ ਨਿਰਲੇਪ ਰਹਿੰਦਾ ਹੈ। ਇਸ ਪ੍ਰਕਾਰ ਗੁਰੂ ਦੇ ਚਰਨ ਜਿਹੜੇ ਹਨ ਉਹ ਨਿਰਲੇਪ ਹਨ ਮੋਹ ਮਾਇਆ ਤੋਂ। ਇਸੇ ਪ੍ਰਕਾਰ ਗੁਰੂ ਦੇ ਚਰਨਾਂ ਦੇ ਅੰਦਰ ਭਗਤੀ ਦੀ ਸੁਗੰਧੀ ਹੈ। ਗੁਰੂ ਦੇ ਚਰਨਾਂ ਦੇ ਅੰਦਰ ਦਇਆ ਰੂਪੀ, ਨਿਮਰਤਾ ਰੂਪੀ ਜਿਹੜੀ ਉਹ ਨਰਮਾਈ ਹੈ, ਕੋਮਲਤਾਈ ਹੈ। ਐਸੇ ਗੁਰੂ ਦੇ ਜਿਹੜੇ ਚਰਨ ਹਨ ਉਹ ਜਿਸ ਸਿੱਖ ਦੇ ਹਿਰਦੇ ਨੇ ਅੰਦਰ ਧਾਰਨ ਕਰ ਲਏ, ਪ੍ਰਤੱਖ ਰੂਪ ਦੇ ਅੰਦਰ ਵੀ ਦਸਾਂ ਪਾਤਸ਼ਾਹੀਆਂ ਦੇ ਸਿੱਖ ਜਿਹੜੇ ਸਨ ਉਹ ਜਿਹੜਾ ਆਪਣਾ ਸਿਰ ਸੀ, ਮਸਤਕ ਸੀ, ਉਹ ਗੁਰੂ ਦੇ ਚਰਨਾਂ ਤੇ ਰੱਖਦੇ, ਮੱਥਾ ਟੇਕਦੇ ਤੇ ਸਾਰੇ ਔਗਣ ਉਹਨਾਂ ਦੇ ਨਾਸ ਹੋ ਜਾਂਦੇ, ਖੁਸ਼ੀਆਂ ਜਿਹੜੀਆਂ ਝੋਲੀਆਂ ਭਰ ਜਾਂਦੀਆਂ। ਇਸੇ ਪ੍ਰਕਾਰ ਹੀ ਸ਼ਬਦ ਰੂਪ ਦੇ ਅੰਦਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਚਰਨ ਹਨ ਉਹ ਸ਼ਬਦ ਹਨ। ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ ਪਾਲ। ਸਤਿਗੁਰੂ ਜੀ ਕਹਿੰਦੇ ਹਨ ਜਿਹੜੇ ਗੁਰੂ ਦੇ ਸ਼ਬਦ ਹਨ, ਬਾਣੀ ਦੇ, ਨਾਮ ਦੇ, ਮੂਲ ਮੰਤਰ ਦੇ, ਇਹ ਜਿੰਨੇ ਸ਼ਬਦ ਹਨ ਇਹ ਗੁਰੂ ਦੇ ਚਰਨ ਹਨ। ਤੇ ਜਿਨ੍ਹਾਂ ਨੇ ਆਪਣੇ ਮਨ ਦੇ ਵਿੱਚ ਸ਼ਬਦ ਵਸਾ ਲਏ, ਉਹਨਾਂ ਦੇ ਮਨ ਦੇ ਵਿੱਚ, ਹਿਰਦੇ ਦੇ ਵਿੱਚ ਗੁਰੂ ਦੇ ਚਰਨ ਵਸ ਗਏ। ਭਾਵ ਕਿ ਜਿਹੜੇ ਮਨ ਦੇ ਨਾਲ ਅੰਦਰੇ ਅੰਦਰ ਗੁਰਬਾਣੀ ਦਾ ਜਾਪ ਕਰਦੇ ਰਹਿੰਦੇ ਹੈ, ਮੂਲ ਮੰਤਰ ਜਪਦੇ ਰਹਿੰਦੇ ਹੈ, ਵਾਹਿਗੁਰੂ ਮੰਤਰ ਜਪਦੇ ਰਹਿੰਦੇ ਹੈ, ਗੁਰਬਾਣੀ ਦਾ ਕੋਈ ਸ਼ਬਦ ਜਪਦੇ ਰਹਿੰਦੇ ਹੈ, ਇਹ ਹੈ ਗੁਰੂ ਦੇ ਚਰਨ ਹਿਰਦੇ 'ਚ ਵਸਾਉਣੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਹਿਰਦੇ ਦੇ ਅੰਦਰ ਐਸੇ ਗੁਰੂ ਦੇ ਸ਼ਬਦ ਰੂਪ ਚਰਨ ਧਾਰਨ ਕੀਤੇ ਹਨ, ਬਿਘਨ ਨ ਲਾਗੈ ਤਿਲ ਕਾ ਕੋਈ, ਕਾਰਜ ਸਗਲ ਸਵਾਰੇ। ਸਤਿਗੁਰੂ ਜੀ ਕਹਿੰਦੇ ਉਹਨਾਂ ਨੂੰ ਤਿਲ ਜਿੰਨਾ ਵੀ ਕੋਈ ਵਿਘਨ, ਕੋਈ ਰੁਕਾਵਟ ਜਿਹੜੀ ਉਹ ਨਹੀਂ ਲੱਗਦੀ। ਜਿਨ੍ਹਾਂ ਦੇ ਹਿਰਦੇ ਦੇ ਵਿੱਚ ਗੁਰੂ ਦਾ ਸ਼ਬਦ ਵਸ ਗਿਆ, ਉਹਨਾਂ ਦੇ ਸਾਰੇ ਜਿਹੜੇ ਕਾਰਜ ਹਨ ਲੋਕ ਪਰਲੋਕ ਦੇ ਉਹ ਸਵਾਰ ਦਿੱਤੇ ਗੁਰੂ ਨੇ, ਸਾਰੇ ਹੀ ਉਹਨਾਂ ਦੇ ਕਾਰਜ ਸਵਰ ਗਏ। ਤੇ ਤਿਲ ਜਿੰਨਾ ਵੀ ਕੋਈ ਵਿਘਨ, ਕੋਈ ਰੁਕਾਵਟ ਜਿਹੜੀ ਹੈ ਨਹੀਂ ਆਉਂਦੀ, ਨਾਸ ਹੋ ਜਾਂਦੀ ਹੈ। ਰਹਾਉ ਮਿਲ ਸਾਧੂ ਦੁਰਮਤ ਖੋਏ, ਪਤਤ ਪੁਨੀਤ ਸਭ ਹੋਏ। ਸਤਿਗੁਰੂ ਜੀ ਕਹਿੰਦੇ ਜਿਹੜੇ ਸਾਧ ਸੰਗਤ ਦੇ ਵਿੱਚ ਆਉਂਦੇ ਆ, ਜਿਹੜੇ ਗੁਰੂ ਦੀ ਸ਼ਰਨ ਦੇ ਵਿੱਚ ਆਉਂਦੇ ਆ, ਦੁਰਮਤ ਖੋਏ, ਉਹਨਾਂ ਦੀ ਖੋਟੀ ਮੱਤ ਜਿਹੜੀ ਉਹ ਨਾਸ ਹੋ ਜਾਂਦੀ ਹੈ। ਸੰਸਾਰ ਦੇ ਅੰਦਰ 4 ਪ੍ਰਕਾਰ ਦੀ ਮੱਤ ਚੱਲਦੀ ਹੈ। ਵਿਦਵਾਨਾਂ ਨੇ 4 ਤਰ੍ਹਾਂ ਦੀ ਮੱਤ ਦਾ ਜ਼ਿਕਰ ਕੀਤਾ ਹੈ ਕਿ ਇੱਕ ਤੇ ਸੰਸਾਰ ਦੇ ਅੰਦਰ ਦੁਰਮਤ ਹੈ, ਅਨਮਤ ਹੈ, ਮਨਮਤ ਹੈ, ਗੁਰਮਤ ਹੈ। ਕਿ ਸੰਸਾਰ ਦੇ ਅੰਦਰ ਇੱਕ ਅਨਮਤ ਹੈ। ਅਨਮਤ ਹੁੰਦੀ ਜਿਹੜਾ ਹੋਰ ਦੀ ਮੱਤ ਤੇ ਚੱਲਣਾ, ਕਿਸੇ ਹੋਰ ਦੇ ਸਿਧਾਂਤ ਤੇ ਚੱਲੀ ਜਾਣਾ, ਉਹ ਅਨਮਤ ਹੁੰਦੀ ਹੈ। ਇੱਕ ਹੁੰਦੀ ਹੈ ਮਨਮਤ, ਕਿ ਜਿਹੜਾ ਮਨ ਦੇ ਵਿੱਚੋਂ ਜੋ ਕੁਝ ਆਉਂਦਾ, ਜੋ ਮਨ ਨੇ ਕਿਹਾ ਉਹੀ ਕਰੀ ਜਾਣਾ, ਜਿੱਧਰ ਨੂੰ ਮਨ ਨੇ ਕਿਹਾ ਉਧਰ ਨੂੰ ਹੀ ਤੁਰੇ ਜਾਣਾ, ਮਨ ਤੇ ਕੋਈ ਕੰਟਰੋਲ ਨਾ ਹੋਣਾ, ਉਹ ਹੁੰਦੀ ਹੈ ਮਨਮਤ। ਇਸੇ ਪ੍ਰਕਾਰ ਦੁਰਮਤ ਹੁੰਦੀ ਹੈ ਖੋਟੀ ਮੱਤ, ਕਿ ਹਰ ਸਮੇਂ ਹੀ ਮਨ ਦੇ ਅੰਦਰ, ਦਿਮਾਗ ਦੇ ਅੰਦਰ ਚੋਰੀ, ਯਾਰੀ, ਠੱਗੀ, ਇਹ ਔਗਣ ਚੱਲਦੇ ਹੀ ਰਹਿਣੇ, ਮਾੜੇ ਜਿਹੜੇ ਫੁਰਨੇ ਫੁਰਦੇ ਹੀ ਰਹਿਣੇ, ਉਹ ਖੋਟੀ ਮੱਤ ਹੈ। ਇਸ ਪ੍ਰਕਾਰ ਚੌਥੇ ਨੰਬਰ ਤੇ ਹੈ ਗੁਰਮਤ, ਜਿਹੜੀ ਗੁਰੂ ਦੀ ਮੱਤ ਹੈ, ਜਿਹੜੀ ਗੁਰੂ ਦੀ ਸਿੱਖਿਆ ਹੈ। ਇਹ ਸਭ ਤੋਂ ਉੱਤਮ ਹੈ, ਜਿਹਨੂੰ ਸਤਿਗੁਰਾਂ ਨੇ ਆਖਿਆ ਗੁਰ ਕੀ ਮੱਤ ਤੂੰ ਲੇਹ ਇਆਨੇ, ਭਗਤ ਬਿਨਾ ਬਹੁ ਡੂਬੇ ਸਿਆਨੇ। ਸਾ ਮਤ ਦੇਹੋ ਦਇਆਲ ਪ੍ਰਭ ਜਿਤ ਤੁਮ ਹੈ ਅਰਾਧਾ।
ਉਹ ਮੱਤ, ਉਹ ਚੰਗੀ ਅਕਲ ਜਿਸ ਦੁਆਰਾ ਅਸੀਂ ਪਰਮੇਸ਼ਰ ਦੇ ਗੁਣ ਗਾਉਣੇ ਹਨ, ਜਿਹਨੂੰ ਸਤਿਗੁਰਾਂ ਨੇ ਆਪਣੀ ਪਾਵਨ ਬਾਣੀ ਦੇ ਅੰਦਰ ਕਿਹਾ, ਊਤਮ ਮਤ ਮੇਰੇ ਹਿਰਦੈ ਤੁਮ ਆਓ, ਧਿਆਵੋ ਗਾਵੋ ਗੁਣ ਗੋਬਿੰਦਾ, ਅਤ ਪ੍ਰੀਤਮ ਮੋਹਿ ਲਾਗੈ ਨਾਉ। ਉਹ ਉੱਤਮ ਮਤ, ਸ੍ਰੇਸ਼ਟ ਮਤ ਜਿਹੜੀ ਹੈ, ਜਿਹਦੇ ਦੁਆਰਾ ਪ੍ਰਭੂ ਪਰਮੇਸ਼ਰ ਦੇ ਗੁਣ ਗਾਉਣੇ ਹਨ, ਉਹ ਪ੍ਰਾਪਤ ਹੋ ਜਾਂਦੀ ਹੈ। ਸਾਧ ਸੰਗਤ ਕਰਕੇ ਜਿਹੜੀ ਖੋਟੀ ਮਤ ਹੈ ਉਹ ਨਾਸ ਹੋ ਜਾਂਦੀ ਹੈ। ਚੰਗੀ ਮਤ ਜਿਹੜੀ ਉਹ ਗੁਰੂ ਪਾਸੋਂ ਮਿਲ ਜਾਂਦੀ ਹੈ। ਪਤਿਤ ਪੁਨੀਤ ਸਭ ਹੋਵੇ। ਜਿਸ ਗੁਰੂ ਦੀ ਮਤ ਕਰਕੇ ਜਿਹੜੇ ਜੀਵ ਪਤਿਤ ਹਨ, ਪਾਪੀ ਹਨ, ਉਹ ਵੀ ਪਵਿੱਤਰ ਬਣ ਜਾਂਦੇ ਹਨ। ਉਹਨਾਂ ਦੇ ਅੰਦਰ ਵੀ ਚੰਗੇ ਗੁਣ ਜਿਹੜੇ ਵਸ ਜਾਂਦੇ ਹਨ। ਰਾਮਦਾਸ ਸਰੋਵਰ ਨਾਤੇ, ਸਭ ਲਾਥੇ ਪਾਪ ਕਮਾਤੇ। ਸਤਿਗੁਰੂ ਜੀ ਕਹਿੰਦੇ, ਜਿਨ੍ਹਾਂ ਨੇ ਰਾਮਦਾਸ, ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਹਰਿਮੰਦਰ ਸਾਹਿਬ ਸਰੋਵਰ ਦੇ ਅੰਦਰ ਇਸ਼ਨਾਨ ਕੀਤੇ ਹਨ, ਉਹਨਾਂ ਦੇ ਸਾਰੇ ਲਾਥੇ ਪਾਪ ਕਮਾਤੇ। ਜਿੰਨੇ ਕੋਈ ਪਾਪ ਗੁਨਾਹ ਕੀਤੇ ਸੀ ਉਹ ਸਾਰੇ ਲੈ ਜਾਂਦੇ। ਪਰ ਸ਼ਰਤ ਸਤਿਗੁਰੂ ਜੀ ਕਹਿੰਦੇ ਇਹ ਹੈ ਕਿ ਜਿਹੜਾ ਅੱਗੇ ਤੋਂ ਉਹ ਪਾਪ ਗੁਨਾਹ ਨਹੀਂ ਕਰਦਾ, ਜਿਹੜਾ ਅੱਗੇ ਤੋਂ ਇਹ ਸਹੁੰ ਪਾ ਲੈਂਦਾ, ਅੱਗੇ ਤੋਂ ਇਹ ਨਿਯਮ ਬਣਾ ਲੈਂਦਾ ਕਿ ਜੋ ਅਗਿਆਨਤਾ ਦੇ ਵਿੱਚ, ਜੋ ਬੇਸਮਝੀ ਦੇ ਅੰਦਰ ਮੇਥੋਂ ਕਰਮ ਹੋ ਗਏ, ਉਹਨਾਂ ਵਾਸਤੇ ਗੁਰੂ ਅੱਗੇ ਅਰਦਾਸ ਬੇਨਤੀ ਕਰਦਾ ਤੇ ਸਤਿਗੁਰੂ ਜੀ ਕਹਿੰਦੇ ਉਹ ਲੈ ਜਾਂਦੇ ਆ। ਪਰ ਜੇ ਬੰਦਾ ਇੱਦਾਂ ਸੋਚ ਲਵੇ, ਜਿਵੇਂ ਸਤਿਗੁਰਾਂ ਨੇ ਆਪਣੀ ਪਾਵਨ ਬਾਣੀ ਦੇ ਅੰਦਰ ਬਚਨ ਕਹੇ ਹਨ, ਪਾਪ ਕਰੇ ਪੰਚਾਂ ਕੇ ਬਸਰੇ, ਤੀਰਥ ਨਹਾਏ ਕਹਿ ਸਭ ਉਤਰੇ, ਬਹੁਰ ਕਮਾਏ ਹੋਏ ਨਿਸੰਕ, ਜੰਪੁਰ ਬਾਦ ਖਰੇ ਕਲੰਕ। ਕਿ ਜੇ ਬੰਦਾ ਇਹ ਧਾਰਨਾ ਬਣਾ ਲਵੇ ਕਿ ਪਾਪ ਕਰੀ ਜਾਣੇ, ਸਾਲ ਪਿੱਛੋਂ ਆਪਾਂ ਇਸ਼ਨਾਨ ਕਰ ਆਇਆ ਕਰਾਂਗੇ, ਫਿਰ ਲੈ ਜਾਣਗੇ। ਪਰ ਸਤਿਗੁਰੂ ਜੀ ਕਹਿੰਦੇ ਇੱਦਾਂ ਨਹੀਂ। ਤੀਰਥ ਨਹਾਏ ਕਹਿ ਸਭ ਉਤਰੇ। ਇਸ਼ਨਾਨ ਕਰਨ ਦੇ ਨਾਲ ਤੇ ਅੰਦਰੋਂ ਜਿਹੜੀ ਬਿਰਤੀ ਹੈ, ਅੰਦਰੋਂ ਜਿਹੜੇ ਔਗਣ ਨਾ ਛੱਡਣੇ, ਫਿਰ ਸਤਿਗੁਰੂ ਜੀ ਕਹਿੰਦੇ ਪਾਪ ਨਹੀਂ ਲੈਂਦੇ। ਨਹਾਵਣ ਚੱਲੇ ਤੀਰਤੀ, ਮਨ ਖੋਟੇ ਤਨ ਚੋਰ, ਇੱਕ ਭਾ ਲੱਥੀ ਨਾਤਿਆਂ, ਦੋਏ ਭਾ ਚੜੀਐਸ ਹੋਰ। ਸਤਿਗੁਰੂ ਜੀ ਕਹਿੰਦੇ ਤੀਰਥ ਅਸਥਾਨਾਂ ਤੇ, ਧਾਰਮਿਕ ਅਸਥਾਨਾਂ ਤੇ ਜਾਈਦਾ ਵੀ ਉੱਥੇ ਆਪਾਂ ਆਪਣੇ ਕਰਮ ਕੀਤੇ ਜਿਹੜੇ ਬਖਸ਼ਾ ਕੇ ਆਉਣੇ, ਉੱਥੇ ਗੁਨਾਹ ਜਿਹੜੇ ਆ ਮਾਫ ਕਰਾ ਕੇ ਆਉਣੇ, ਅੱਗੋਂ ਵਾਸਤੇ ਉਹ ਗੁਨਾਹ ਨਾ ਕਰਨੇ। ਪਰ ਜੇ ਕੋਈ ਉੱਥੇ ਹੀ ਗੁਨਾਹ ਕਰੀ ਜਾਏ, ਉੱਥੇ ਹੀ ਔਗਣ ਕਰੀ ਜਾਏ, ਉਹ ਤੇ ਕਿੱਥੇ ਮਾਫ ਹੋਣਗੇ। ਇਸ ਕਰਕੇ ਸਾਧੂ ਮਹਾਤਮਾ, ਰੱਬ ਦੇ ਪਿਆਰੇ, ਬੰਦਗੀ ਵਾਲੇ ਦੱਸਦੇ ਹਨ ਕਿ ਜਿਹੜਾ ਸਾਧ ਸੰਗਤ ਦੇ ਵਿੱਚ ਆ ਕੇ, ਗੁਰੂ ਦਰਬਾਰ ਦੇ ਵਿੱਚ ਆ ਕੇ ਆਪਣੇ ਔਗਣ ਕਬੂਲ ਕਰ ਲੈਂਦਾ, ਆਪਣੇ ਗੁਨਾਹ ਕਬੂਲ ਕਰ ਲੈਂਦਾ, ਅੱਗੇ ਤੋਂ ਨਿਯਮ ਬਣਾ ਲੈਂਦਾ, ਉਹਦੇ ਤੇ ਮਾਫ ਹੋ ਜਾਂਦੇ। ਪਰ ਜਿਹੜਾ ਸੰਗਤ ਦੇ ਵਿੱਚ ਆ ਕੇ, ਗੁਰੂ ਦਰਬਾਰ 'ਚ ਆ ਕੇ ਕੋਈ ਗੁਨਾਹ ਕਰੇ, ਔਗਣ ਕਰੇ, ਉਹ ਕਿਤੇ ਮਾਫ ਨਹੀਂ ਹੁੰਦੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਕਿ ਜਿਨ੍ਹਾਂ ਨੇ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਸਰੋਵਰ ਦੇ ਅੰਦਰ ਇਸ਼ਨਾਨ ਕਰਕੇ ਉਹਨਾਂ ਦੇ ਸਭ ਲਾਥੇ ਪਾਪ ਕਮਾਤੇ। ਜਿੰਨੇ ਕੋਈ ਪਾਪ ਗੁਨਾਹ ਕੀਤੇ ਸਨ ਉਹ ਸਾਰੇ ਲੈ ਗਏ। ਜਿਵੇਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੱਡੇ ਵੱਡੇ ਪਾਪੀਆਂ ਨੂੰ ਉਪਦੇਸ਼ ਬਖਸ਼ਿਸ਼ ਕੀਤੇ ਤੇ ਸਤਿਗੁਰਾਂ ਨੇ ਬਚਨ ਕੀਤੇ ਕਿ ਅੱਗੇ ਤੋਂ ਇਹ ਕਰਮ ਨਹੀਂ ਕਰਨਾ। ਜਿਵੇਂ ਭੂਮੀਏ ਚੋਰ ਦਾ ਜ਼ਿਕਰ ਆਉਂਦਾ ਹੈ ਤਾਂ ਸਤਿਗੁਰੂ ਜੀ ਕਹਿਣ ਲੱਗੇ ਕਿ ਤੂੰ ਚੋਰੀ ਨਹੀਂ ਕਰਨੀ। ਕਹਿਣ ਲੱਗਿਆ ਜੀ ਚੋਰੀ ਮੈਂ ਛੱਡ ਨਹੀਂ ਸਕਦਾ। ਤੇ ਫਿਰ ਸਤਿਗੁਰੂ ਜੀ ਕਹਿਣ ਲੱਗੇ ਵੀ ਤੂੰ 3 ਬਚਨ ਕਮਾ ਲਾ ਸਾਡੇ। ਇੱਕ ਤੇ ਝੂਠ ਨਹੀਂ ਬੋਲਣਾ, ਦੂਜਾ ਲੂਣ ਖਾ ਕੇ ਹਰਾਮ ਨਹੀਂ ਕਰਨਾ, ਤੀਜਾ ਫਿਰ ਕਿਸੇ ਗਰੀਬ ਤੇ ਮਜਲੂਮ ਤੇ ਦੁੱਖ ਹੁੰਦਾ ਨਹੀਂ ਵੇਖਣਾ। ਇਹਨੇ ਕਿਹਾ ਜੀ 7 ਬਚਨ ਇਹ ਮੈਂ ਕਰ ਲੈਣਾ। ਆਪਣਾ ਸੁਭਾਅ ਬਣਿਆ ਹੋਇਆ ਚੋਰੀ ਦਾ, ਆਦਤ ਬਣੀ ਹੋਈ, ਚੋਰੀ ਕਰਨ ਚਲੇ ਗਿਆ ਰਾਜੇ ਦੇ ਮਹਿਲਾਂ ਅੰਦਰ। ਜਦੋਂ ਚੋਰੀ ਕਰਨ ਲੱਗ ਪਿਆ, ਸਭ ਕੁਝ ਚੋਰੀ ਕਰ ਲਿਆ, ਗੰਢਾਂ ਬੰਨ੍ਹ ਲਈਆਂ ਤੇ ਰਸੋਈ ਦੇ ਅੰਦਰੋਂ ਸੋਚਿਆ ਵੀ ਕੁਝ ਖਾ ਲਈਏ। ਜਦੋਂ ਖਾਣ ਲੱਗਿਆ ਤੇ ਉਹ ਕੁਝ ਨਾ ਕੁਝ ਖਾਧਾ ਤੇ ਉਹ ਲੂਣ ਖਾਧਾ ਗਿਆ। ਫਿਰ ਇਹਨੂੰ ਬਚਨ ਚੇਤੇ ਆ ਗਿਆ ਗੁਰੂ ਦਾ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਸਨ ਕਿ ਲੂਣ ਖਾ ਕੇ ਹਰਾਮ ਨਹੀਂ ਕਰਨਾ। ਇਹਨੇ ਸਭ ਕੁਝ ਹੀ ਉੱਥੇ ਛੱਡ ਦਿੱਤਾ। ਜਦੋਂ ਉੱਥੋਂ ਬਾਹਰ ਨਿਕਲਿਆ, ਜਦੋਂ ਪਹਿਲਾਂ ਅੰਦਰ ਜਾਣ ਲੱਗਿਆ ਤੇ ਉਹਨਾਂ ਨੇ ਪੁੱਛਿਆ ਵੀ ਕੌਣ ਹੈ? ਕਹਿੰਦਾ ਚੋਰ ਹੈ। ਉਹਨਾਂ ਨੇ ਵੀ ਲੰਘਾ ਦਿੱਤਾ ਵੀ ਐਵੇਂ ਮਖੌਲ ਕਰਦਾ।
ਇਸ ਪ੍ਰਕਾਰ ਜਦੋਂ ਰਾਜੇ ਨੇ ਵੇਖਿਆ ਵੀ ਸਭ ਕੁਝ ਉੱਥੇ ਪਿਆ, ਸਭ ਗੰਢਾਂ ਬੰਨੀਆਂ ਰਹਿ ਗਈਆਂ ਤੇ ਚੋਰ ਦੀ ਭਾਲ ਕਰੋ ਕੌਣ ਹੈ। ਜਦੋਂ ਉਸ ਸਮੇਂ ਫਿਰ ਰਾਜਿਆਂ ਦੇ ਗਰੀਬ ਮਜ਼ਲੂਮ ਜਿਹੜੇ ਸਨ ਉਹਨਾਂ ਨੂੰ ਫੜਨਾ ਸ਼ੁਰੂ ਕਰ ਦਿੱਤਾ। ਜਦੋਂ ਇਸ ਨੂੰ ਪਤਾ ਲੱਗਿਆ ਫਿਰ ਇਹਨੂੰ ਉਹ ਵੀ ਬਚਨ ਚੇਤੇ ਆ ਗਿਆ। ਫਿਰ ਇਹ ਰਾਜੇ ਦੇ ਸਾਹਮਣੇ ਜਾ ਕੇ ਪੇਸ਼ ਹੋ ਗਿਆ, ਸਾਰੀ ਵਾਰਤਾ ਦੱਸੀ। ਫਿਰ ਰਾਜਾ ਵੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਸ਼ਰਨ ਆਇਆ। ਇਸ ਪ੍ਰਕਾਰ ਸਤਿਗੁਰੂ ਜੀ ਔਗਣ ਜਿਹੜੇ ਹੈ, ਗੁਨਾਹ ਜਿਹੜੇ ਹੈ ਉਹ ਛਡਾ ਦਿੰਦੇ ਹੈ, ਉਹਨਾਂ ਤੋਂ ਮੋੜ ਲੈਂਦੇ ਹੈ। ਜਿਹੜਾ ਕੋਈ ਤਨੋਂ ਮਨੋਂ ਇਸ ਦਰ ਤੇ ਗੁਰੂ ਦੇ ਅੱਗੇ ਬੇਨਤੀਆਂ ਕਰਦਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਉਹਨਾਂ ਦੇ ਸਾਰੇ ਕੀਤੇ ਹੋਏ ਪਾਪ ਗੁਨਾਹ ਜਿਹੜੇ ਉਹ ਲੈ ਜਾਂਦੇ ਹਨ। ਗੁਣ ਗੋਬਿੰਦ ਨਿਤ ਗਾਈਐ, ਸਾਧ ਸੰਗ ਮਿਲ ਧਿਆਈਐ। ਇਸ ਕਰਕੇ ਜੋ ਗੋਬਿੰਦ ਸਭ ਦੀ ਪਾਲਣਾ ਕਰਨ ਵਾਲਾ, ਧਰਤੀ ਦੀ ਪਾਲਣਾ ਕਰਨ ਵਾਲਾ ਪਰਮੇਸ਼ਰ ਵਾਹਿਗੁਰੂ ਹੈ, ਉਹਦੇ ਗੁਣਾਂ ਨੂੰ ਨਿਤ ਗਾਈਐ। ਹਰ ਰੋਜ਼ ਹੀ ਹਰ ਇੱਕ ਸਾਹ ਦੇ ਨਾਲ ਹੀ ਉਹ ਹਰੀ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਚਾਹੀਦਾ ਹੈ। ਸਾਧ ਸੰਗ ਮਿਲ ਧਿਆਈਐ, ਤੇ ਸਾਧ ਸੰਗਤ ਦੇ ਵਿੱਚ ਮਿਲ ਕੇ ਧਿਆਉਣਾ ਚਾਹੀਦਾ ਹੈ। ਕਿਉਂਕਿ ਸਾਧ ਸੰਗਤ ਇੱਕ ਐਸੀ ਗੁਰੂ ਨੇ ਇਹ ਮਰਿਆਦਾ ਕਾਇਮ ਕੀਤੀ ਹੈ ਕਿ ਸਾਧ ਸੰਗਤ ਦੇ ਵਿੱਚ ਜਪਿਆ ਹੋਇਆ ਨਾਮ, ਸਾਧ ਸੰਗਤ ਦੇ ਵਿੱਚ ਕੀਤੀ ਹੋਈ ਸੇਵਾ, ਇਹਦਾ ਫਲ ਜਿਹੜਾ ਸਭ ਤੋਂ ਉੱਤਮ ਤੇ ਸਭ ਤੋਂ ਸ਼੍ਰੋਮਣੀ ਹੈ। ਨਾਮ ਚਾਹੇ ਆਪਾਂ ਕਿੰਨਾ ਜਪਦੇ ਹਾਂ, ਜਿਵੇਂ ਇੱਕ ਰੁੱਖ ਜਿਹੜਾ ਉਹ ਨਦੀ ਦੇ ਕਿਨਾਰੇ ਤੇ ਹੈ, ਹਰ ਸਮੇਂ ਉਹਦੀਆਂ ਜੜ੍ਹਾਂ ਨੂੰ ਪਾਣੀ ਲੱਗਦਾ ਹੈ, ਹਰ ਸਮੇਂ ਪਾਣੀ ਦੇ ਵਿੱਚ ਉਹ ਰਹਿੰਦਾ ਹੈ। ਪਰ ਉਸ ਰੁੱਖ ਦੇ ਜਿਹੜੇ ਟਾਹਣੀਆਂ ਹਨ, ਪੱਤੇ ਹਨ, ਉਹਨਾਂ 'ਤੇ ਮਿੱਟੀ ਘੱਟਾ ਜਿਹੜਾ ਉਹ ਰਹਿੰਦਾ ਹੈ। ਅਤੇ ਜਦੋਂ ਵਰਖਾ ਹੁੰਦੀ ਹੈ, ਮੀਂਹ ਹੁੰਦਾ, ਮੀਂਹ ਪੈਂਦਾ, ਫਿਰ ਉਹ ਦਰਖਤ ਦੇ ਪੱਤੇ ਵੀ ਧੋਤੇ ਜਾਂਦੇ ਆ, ਟਾਹਣੀਆਂ ਵੀ ਧੋਤੀਆਂ ਜਾਂਦੀਆਂ, ਬੜਾ ਹਰਿਆ ਭਰਿਆ ਰੁੱਖ ਜਿਹੜਾ ਉਹ ਲੱਗਦਾ। ਇਸੇ ਪ੍ਰਕਾਰ ਚਾਹੇ ਜੀਵ ਕਿੰਨੀ ਬੰਦਗੀ ਕਰਦਾ ਹੈ, ਸੇਵਾ ਸਿਮਰਨ ਕਿੰਨਾ ਕਰਦਾ ਹੈ, ਅਤੇ ਜਦੋਂ ਸਾਧ ਸੰਗਤ ਕਰਦਾ ਹੈ, ਸਾਧ ਸੰਗਤ ਦੇ ਵਿੱਚ ਵਰਖਾ ਹੁੰਦੀ ਹੈ। ਅਤੇ ਵਰਖਾ ਦੁਆਰਾ ਉਹ ਜਿਹੜੀ ਸੇਵਾ ਸਿਮਰਨ ਦੀ ਥੋੜ੍ਹੀ ਬਹੁਤੀ ਹੰਕਾਰ ਦੀ ਮੈਲ ਹੁੰਦੀ ਹੈ, ਕਿ ਜਾਂ ਅੰਦਰ ਇਹ ਆ ਜਾਂਦਾ ਕਿ ਮੈਂ ਇੰਨੀ ਸੇਵਾ ਕਰਦਾ, ਇੰਨਾ ਨਾਮ ਜਪਦਾ, ਉਹ ਜਿਹੜੀ ਥੋੜ੍ਹੀ ਬਹੁਤੀ ਧੂੜ ਹੁੰਦੀ ਹੈ ਨਾ, ਉਹ ਸੰਗਤ 'ਚ ਆ ਕੇ ਲੈ ਜਾਂਦੀ ਹੈ। ਕਿਉਂਕਿ ਸੰਗਤ ਦੇ ਵਿੱਚ ਪਰਮੇਸ਼ਰ ਵਾਹਿਗੁਰੂ ਆਪ ਵਸਦਾ, ਗੁਰੂ ਆਪ ਵਸਦਾ। ਇਸ ਕਰਕੇ ਸੰਗਤ ਦੇ ਵਿੱਚ ਬਹਿ ਕੇ ਧਿਆਉਣ ਦੇ ਨਾਲ ਇਹ ਲਾਭ ਹਨ, ਇਹ ਫਲ ਹਨ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਸਾਧ ਸੰਗ ਮਿਲ ਧਿਆਈਐ। ਸਾਧ ਸੰਗਤ ਦੇ ਵਿੱਚ ਮਿਲ ਕੇ ਪ੍ਰਭੂ ਪਰਮੇਸ਼ਰ ਨੂੰ ਧਿਆਉਣਾ ਕਰੀਏ। ਮਨ ਬਾਸ਼ਤ ਫਲ ਪਾਏ, ਗੁਰ ਪੂਰਾ ਹਿਰਦੈ ਧਿਆਏ। ਸਤਿਗੁਰੂ ਜੀ ਕਹਿੰਦੇ ਫਿਰ ਮਨ ਇੱਛਤ ਜਿਹੜੇ ਫਲ ਹਨ ਉਹ ਪ੍ਰਾਪਤ ਹੋ ਜਾਂਦੇ ਹੈ। ਜੋ ਮਨ ਦੇ ਅੰਦਰ ਚਿਤਵਣੀ ਹੁੰਦੀ ਹੈ, ਜੋ ਮਨ ਦੇ ਅੰਦਰ ਇੱਛਾ ਹੁੰਦੀ ਆ, ਉਹ ਫਲ ਪ੍ਰਾਪਤ ਹੋ ਜਾਂਦੇ ਆ। ਗੁਰ ਪੂਰਾ ਹਿਰਦੈ ਧਿਆਏ, ਪੂਰੇ ਗੁਰੂ ਨੂੰ ਹਿਰਦੇ ਦੇ ਵਿੱਚ ਜਦੋਂ ਆਪਾਂ ਪ੍ਰੇਮ ਦੇ ਨਾਲ ਧਿਆਉਂਦੇ ਹਾਂ, ਜਪਦੇ ਹਾਂ। ਗੁਰ ਗੋਪਾਲ ਆਨੰਦਾ, ਜਪ ਜਪ ਜੀਵੈ ਪਰਮਾਨੰਦਾ। ਸਤਿਗੁਰੂ ਜੀ ਕਹਿੰਦੇ ਗੁਰੂ ਨੂੰ ਤੇ ਗੋਪਾਲ ਜਿਹੜਾ ਇਸ ਧਰਤੀ ਦੀ ਪਾਲਣਾ ਕਰਨ ਵਾਲਾ ਪਰਮੇਸ਼ਰ ਵਾਹਿਗੁਰੂ ਹੈ, ਉਹਦਾ ਜਿਹੜਾ ਆਨੰਦ ਹੈ ਉਹ ਗੁਰੂ ਬਖਸ਼ ਦਿੰਦਾ ਹੈ। ਜਪ ਜਪ ਜੀਵੈ ਪਰਮਾਨੰਦਾ। ਅਤੇ ਜਿਹੜੇ ਜਗਿਆਸੂ ਹਨ, ਸਿੱਖ ਹਨ, ਉਹ ਨਾਮ ਨੂੰ ਜਪ ਜਪ ਕੇ ਪਰਮ ਆਨੰਦ, ਵੱਡਾ ਜਿਹੜਾ ਆਨੰਦ ਹੈ, ਜਿਸ ਆਨੰਦ ਦੇ ਬਰਾਬਰ ਹੋਰ ਦੁਨੀਆ ਦਾ ਕੋਈ ਆਨੰਦ ਨਹੀਂ। ਸੰਸਾਰ ਦੇ ਅੰਦਰ ਬੜੇ ਆਨੰਦ ਹਨ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ। ਅਸਲੀ ਆਨੰਦ ਜਿਹੜਾ ਹੈ ਉਹ ਤੇ ਗੁਰੂ ਤੋਂ ਪ੍ਰਾਪਤ ਹੁੰਦਾ, ਉਹ ਤੇ ਨਾਮ ਦਾ ਹੈ, ਭਗਤੀ ਦਾ ਹੈ। ਇਸ ਪ੍ਰਕਾਰ ਉਹਨੂੰ ਜਪ ਜਪ ਕੇ ਅਸਲੀ ਆਨੰਦ ਨੂੰ, ਪਰਮ ਆਨੰਦ ਨੂੰ ਪ੍ਰਾਪਤ ਕਰਦੇ ਹਨ। ਜਨ ਨਾਨਕ ਨਾਮ ਧਿਆਇਆ, ਪ੍ਰਭ ਆਪਣਾ ਬਿਰਦ ਰਖਾਇਆ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਨਾਮ ਨੂੰ ਧਿਆਇਆ ਹੈ, ਉਹਨਾਂ ਦੀ ਰੱਖਿਆ ਪਰਮੇਸ਼ਰ ਵਾਹਿਗੁਰੂ ਨੇ ਆਪ ਕੀਤੀ ਹੈ। ਪ੍ਰਭੂ ਪਰਮੇਸ਼ਰ ਨੇ ਆਪਣਾ ਬਿਰਦ ਜਿਹੜਾ ਉਹਦਾ ਨਿਯਮ ਹੈ, ਉਹਦਾ ਜਿਹੜਾ ਸੁਭਾਅ ਹੈ, ਕਿ ਜਿਹੜਾ ਵੀ ਉਹਦੀ ਬੰਦਗੀ ਕਰਦਾ, ਚਾਹੇ ਤਿਲ ਮਾਤਰ ਹੀ ਉਹਦਾ ਨਾਮ ਜਪ ਲਵੇ, ਉਹਦਾ ਵੀ ਫਲ ਉਹ ਪਰਮੇਸ਼ਰ ਵਾਹਿਗੁਰੂ ਦਿੰਦਾ। ਉਹਦਾ ਵੀ ਜਿਹੜਾ ਫਲ ਉਹ ਉਸ ਨੂੰ ਬਖਸ਼ਿਸ਼ ਕਰਦਾ ਹੈ। ਚਾਹੇ ਕੋਈ ਥੋੜ੍ਹੇ ਤੋਂ ਥੋੜ੍ਹਾ ਜਪ ਲਏ, ਚਾਹੇ ਕੋਈ ਬਹੁਤੇ ਤੋਂ ਬਹੁਤਾ ਜਪ ਲਏ, ਫਲ ਉਹ ਪਰਮੇਸ਼ਰ ਵਾਹਿਗੁਰੂ ਦਿੰਦਾ ਹੀ ਦਿੰਦਾ ਹੈ। ਇਸ ਕਰਕੇ ਉਹ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਜਿਨ੍ਹਾਂ ਨੇ ਧਿਆਇਆ ਹੈ, ਉਹਨਾਂ ਦੀ ਸਤਿਗੁਰੂ ਜੀ ਕਹਿੰਦੇ ਲੋਕ ਪਰਲੋਕ ਦੇ ਅੰਦਰ
ਸਭ ਥਾਵਾਂ ਤੇ ਰੱਖਿਆ ਹੁੰਦੀ ਹੈ। ਇਹ ਪਾਵਨ ਪਵਿੱਤਰ ਉਪਦੇਸ਼ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੋਰਠ ਰਾਗ ਦੇ ਅੰਦਰ ਆਪਾਂ ਨੂੰ ਬਖਸ਼ਿਸ਼ ਕੀਤੇ ਹਨ, ਜੋ ਆਪਣੇ ਪੜ੍ਹਨ ਸੁਣਨ ਵਾਲਿਆਂ ਦੇ ਸਾਰਿਆਂ ਦੇ ਹਿਰਦਿਆਂ 'ਚ ਵਸਣ, ਜਿਸ ਕਰਕੇ ਆਪਾਂ ਵੀ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪਹਿ ਮੇਲੇ। ਇਹ ਦਾਤ ਆਪਾਂ ਨੂੰ ਪ੍ਰਾਪਤ ਹੋਵੇ। ਇੰਨੀਆਂ ਕੁ ਬੇਨਤੀਆਂ ਆਪ ਸੰਗਤ ਨੇ ਪ੍ਰਵਾਨ ਕਰਨੀਆਂ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ। ਆਓ ਹੁਣ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ, ਉਸ ਤੋਂ ਉਪਰੰਤ ਅਰਦਾਸ ਦੇ ਵਿੱਚ ਸ਼ਾਮਲ ਹੋਈਏ ਜੀ। ਗੁਰ ਗੋਪਾਲ ਆਨੰਦਾ, ਜਪ ਜਪ ਜੀਵੈ ਪਰਮਾਨੰਦਾ। ਜਨ ਨਾਨਕ ਨਾਮ ਧਿਆਇਆ, ਪ੍ਰਭ ਆਪਣਾ ਬਿਰਦ ਰਖਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ। ਪ੍ਰਾਣਨਾਥ ਅਨਾਥ ਸਖੇ, ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ, ਮੋਹਿ ਮਇਆ ਧਾਰ। ਅੰਧਕੂਪ ਮਹਾ ਭਿਆਨ, ਨਾਨਕ ਪਾਰ ਉਤਾਰ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਜਲ ਥਲ ਮਹੀਅਲ ਪੂਰਿਆ, ਸੁਆਮੀ ਸਿਰਜਣਹਾਰ। ਅਨਕ ਭਾਂਤ ਹੋਏ ਪਸਰਿਆ, ਨਾਨਕ ਏਕੰਕਾਰ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰੂ ਪਾਰ ਉਤਾਰਨਹਾਰ। ਜੋ ਸ਼ਰਧਾ ਕਰ ਸੇਵੰਦੇ, ਗੁਰੂ ਪਾਰ ਉਤਾਰਨਹਾਰ। ਤੂੰ ਠਾਕੁਰ